ਬੰਦਾ ਸਿੰਘ ਬਹਾਦਰ ਬਾਰੇ, ਉਹਨਾਂ ਦੇ ਜੀਵਨ ਕਾਲ ਬਾਰੇ, ਅਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਪੰਜ ਤਖਤਾਂ ਬਾਰੇ, ਜੋ ਕਿ ਪਿਛਲੇ ਵੀਡੀਓ ਵਿੱਚ ਅਸੀਂ ਪੜ੍ਹਿਆ ਸੀਗਾ। 10 ਗੁਰੂਆਂ ਸਾਹਿਬਾਨ ਬਾਰੇ, ਉਹਨਾਂ ਦੇ ਜੀਵਨ ਕਾਲ ਬਾਰੇ, ਉਹਨਾਂ ਦੀ ਸਿੱਖਿਆਵਾਂ ਬਾਰੇ, ਅਤੇ ਉਹਨਾਂ ਦਾ ਸਾਰਾ ਡਿਟੇਲ ਜਿੰਨੀ ਵੀ ਹੈ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਅਸੀਂ ਸਾਰੇ ਤਰ੍ਹਾਂ ਦੇ ਕੁਐਸਚਨਾਂ ਨੂੰ ਕਵਰ ਕਰ ਚੁੱਕੇ ਹਾਂ ਹੁਣ ਤੱਕ 10 ਗੁਰੂਆਂ ਦਾ। ਅਤੇ ਉਸ ਤੋਂ ਬਾਅਦ ਅਸੀਂ ਬਾਇਓਗ੍ਰਾਫੀ ਆਫ ਬੰਦਾ ਸਿੰਘ ਬਹਾਦਰ ਦੀ ਕਰਾਂਗੇ। ਅਤੇ ਉਸ ਤੋਂ ਪਹਿਲਾਂ 5 ਤਖਤ ਅਤੇ ਪੰਜਾਬ 'ਚ ਇਹਨਾਂ ਦੇ ਵਿੱਚੋਂ ਕਿੰਨੇ ਤਖਤ ਨੇ ਅਤੇ ਪੰਜਾਬ ਤੋਂ ਬਾਹਰ ਕਿੰਨੇ ਤਖਤ ਨੇ ਉਹਨਾਂ ਦੀ ਗੱਲ ਕਰਾਂਗੇ, ਕਿਉਂਕਿ ਪੇਪਰਾਂ ਦੇ ਵਿੱਚ ਇਹ ਕਾਫੀ ਵਾਰ ਕੁਐਸਚਨ ਪੁੱਛਿਆ ਜਾ ਚੁੱਕਿਆ ਹੈ। ਟੋਟਲ 5 ਤਖਤ ਹਨ, ਟੋਟਲ 5 ਤਖਤ ਨੇ 5 ਤਖਤ। ਅਤੇ ਇਹਨਾਂ ਦੇ ਵਿੱਚੋਂ ਜੋ ਪੰਜਾਬ ਦੇ ਵਿੱਚ ਨੇ ਉਹ 3 ਨੇ, 3 ਤਖਤ ਪੰਜਾਬ ਦੇ ਵਿੱਚ ਨੇ, ਅਤੇ 2 ਤਖਤ ਬਾਹਰ ਨੇ। 2 ਤਖਤ ਕਿਹੜੇ ਨੇ ਬਾਹਰ, ਉਹਨਾਂ ਦੇ ਵਿੱਚ ਤੁਹਾਨੂੰ ਦੱਸਦਾ। 2 ਤਖਤ, ਇੱਕ ਤਾਂ ਹੈ ਪਟਨਾ ਬਿਹਾਰ ਦੇ ਵਿੱਚ ਹੈ ਜੋ ਪਹਿਲਾ। ਦੂਸਰਾ ਤਖਤ ਹੈ ਨਾਂਦੇੜ, ਜੋ ਕਿ ਮਹਾਰਾਸ਼ਟਰ ਵਿੱਚ ਹੈ। ਮਹਾਰਾਸ਼ਟਰ, ਮੁੰਬਈ, ਇਹ ਮਹਾਰਾਸ਼ਟਰ ਵਿੱਚ ਹੈ। ਅਤੇ ਜੋ ਪਹਿਲੇ 3 ਹਨ ਉਹਨਾਂ ਦੀ ਤੁਹਾਨੂੰ ਮੈਂ ਗੱਲ ਦੱਸਦਾ ਵੀ ਉਹ 3 ਦੇ ਵਿੱਚੋਂ ਪਹਿਲਾ ਅਕਾਲ ਤਖਤ ਫਸਟ ਹੈ ਅਕਾਲ ਤਖਤ ਅੰਮ੍ਰਿਤਸਰ ਦੇ ਵਿੱਚ ਹੈ। ਅਤੇ ਦੂਸਰਾ ਤਖਤ ਹੈ ਦਮਦਮਾ ਸਾਹਿਬ, ਜੋ ਕਿ ਤਲਵੰਡੀ ਸਾਬੋ ਬਠਿੰਡਾ ਦੇ ਵਿੱਚ ਹੈ। ਅਤੇ ਤੀਸਰਾ ਹੈ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਇਹ ਹੈ ਅਨੰਦਪੁਰ ਸਾਹਿਬ ਦੇ ਵਿੱਚ, ਜਿੱਥੇ ਹੁਣ ਰੀਸੈਂਟਲੀ ਹੋਲੀ ਮਨਾ ਕੇ ਹਟੇ, ਮਾਰਚ ਦੇ ਵਿੱਚ ਹੋਲਾ ਮਹੱਲਾ ਹੁੰਦਾ ਹੈ। ਅਤੇ ਚੌਥਾ ਤਖਤ ਹੈ ਸ਼੍ਰੀ ਪਟਨਾ ਸਾਹਿਬ, ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ। ਪਟਨਾ ਸਾਹਿਬ ਚੌਥਾ। ਅਤੇ 5ਵਾਂ ਸ਼੍ਰੀ ਹਜ਼ੂਰ ਸਾਹਿਬ, ਇਹ ਜੋ ਕਿ ਮਹਾਰਾਸ਼ਟਰ ਦੇ ਵਿੱਚ ਹੈ। ਹੁਣ ਗੱਲ ਕਰ ਲਈਏ ਇਹਨਾਂ ਦੀ ਡਿਟੇਲ ਦੇ ਵਿੱਚ, ਥੋੜ੍ਹੀ ਡਿਟੇਲ ਕਰਾਂਗੇ। ਪਹਿਲਾ ਤਖਤ ਸ਼੍ਰੀ ਅਕਾਲ ਤਖਤ, ਇਹ ਧਾਰਮਿਕ ਸੱਤਾ ਦੇ ਮੁਤਾਬਕ ਹੀ ਕਾਫੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇੱਥੇ ਕਿਸੇ ਪੁਰਾਣੇ ਸਮੇਂ ਦੇ ਵਿੱਚ ਇਸ ਦੀ ਨੀਂਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰੱਖੀ ਸੀ ਅਕਾਲ ਤਖਤ ਦੀ, ਅਤੇ ਇਹ ਰਾਜਸੀ ਗੱਦੀ ਦਾ ਸੰਕੇਤ ਸੀ। ਰਾਜਸੀ ਦੂਤ ਅਤੇ ਰਾਜਦੂਤਾਂ ਨੂੰ ਇੱਥੇ ਦਰਬਾਰ 'ਚ ਠਹਿਰਾਇਆ ਜਾਂਦਾ ਸੀ। ਇਹ ਇੱਕ ਤਰ੍ਹਾਂ ਦੀ ਜੁਡੀਸ਼ਰੀ ਕੋਰਟ, ਨਿਆਇਕ ਅਦਾਲਤ ਸੀ। ਇੱਥੇ ਆਮ ਜਨਤਾ ਦੀਆਂ ਸ਼ਿਕਾਇਤਾਂ ਸੁਣੀਆਂ ਜਾਂਦੀਆਂ ਸੀ। ਜਿਹੜੇ ਫੌਜੀ ਮੋਰਚਾਬੰਦੀ ਦਾ ਇਹ ਸਭ ਤੋਂ ਵੱਡਾ ਕੇਂਦਰ ਮੰਨਿਆ ਜਾਂਦਾ ਸੀ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰ ਲਈਏ ਸਿੱਖ ਰਾਜਨੀਤੀ, ਤਰਕ ਸ਼ਾਸਤਰ ਦੀ ਅਤੇ ਵਿੱਦਿਅਕ ਮਸਲਿਆਂ ਦੀ, ਅਤੇ ਇਹ ਚੀਜ਼ਾਂ ਦਾ ਇਹ ਇੱਕ ਤਰ੍ਹਾਂ ਦਾ ਧੁਰਾ ਸੀ, ਕੇਂਦਰ ਬਿੰਦੂ ਸੀ। ਅਤੇ ਇਸ ਤੋਂ ਇਲਾਵਾ ਇੱਥੇ 2 ਝੰਡੇ ਦੁਨਿਆਵੀ ਅਤੇ ਆਤਮਿਕ ਸ਼ਾਂਤੀ ਨੂੰ ਦਰਸਾਉਂਦਾ ਮੀਰੀ ਅਤੇ ਪੀਰੀ, ਉਹ ਸੀ ਇੱਥੇ 5 ਤਖਤਾਂ ਵਿੱਚੋਂ ਸਭ ਤੋਂ ਪੁਰਾਣਾ ਤਖਤ ਹੈ। ਪੇਪਰ ਦੇ ਵਿੱਚ ਪੁੱਛ ਸਕਦੇ ਸਭ ਤੋਂ ਪੁਰਾਣਾ ਤਖਤ ਕਿਹੜਾ ਹੈ, ਤਾਂ ਤੁਸੀਂ ਸਭ ਤੋਂ ਪੁਰਾਣਾ ਤਖਤ ਦੱਸ ਸਕਦੇ ਹੋ ਅਕਾਲ ਤਖਤ ਸਭ ਤੋਂ ਪੁਰਾਣਾ ਤਖਤ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰ ਲਈਏ ਸੈਕਿੰਡ ਤਖਤ ਸ਼੍ਰੀ ਦਮਦਮਾ ਸਾਹਿਬ, ਜੋ ਕਿ ਤਲਵੰਡੀ ਸਾਬੋ ਦੇ ਵਿੱਚ ਹੈ, ਬਠਿੰਡਾ ਜ਼ਿਲ੍ਹਾ। ਦੂਸਰਾ ਦਮਦਮਾ ਸਾਹਿਬ, ਅਤੇ ਇਹ 1665 ਈਸਵੀ ਵਿੱਚ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਵਸਾਇਆ ਸੀ। 1674 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ, ਜਦੋਂ ਗੁਰੂ ਸਾਹਿਬ ਕੇਵਲ 8 ਸਾਲਾਂ ਦੇ ਸੀ, ਇੱਥੇ ਆ ਕੇ ਆਪਣੇ ਜੀਵਨ ਦੇ 25 ਸਾਲ ਇੱਥੇ ਬਿਤਾਏ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰ ਲਈਏ ਜਿਹੜਾ ਤਖਤ ਸ਼੍ਰੀ ਦਮਦਮਾ ਸਾਹਿਬ ਸੀ, ਇਹ 1705 ਵਿੱਚ ਹੋਇਆ ਤਖਤ ਸ਼੍ਰੀ ਦਮਦਮਾ ਸਾਹਿਬ। ਅਤੇ ਇੱਥੇ ਦਮਦਮਾ ਸਾਹਿਬ ਦੀ ਬੀੜ ਵੀ ਹੈ, ਅਤੇ ਇੱਥੇ ਕਾਫੀ ਕਾਰਜ ਗੁਰੂ ਸਾਹਿਬ ਨੇ ਕਰਵਾਏ। ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਲਿਖਤ ਪਹਿਲਾ ਪ੍ਰਕਾਸ਼ ਗ੍ਰੰਥ ਇੱਥੇ ਹੀ ਸੁਸ਼ੋਭਿਤ ਹੈ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਤੀਸਰੇ ਤਖਤ ਦੀ। ਤੀਸਰਾ ਤਖਤ ਹੈ ਤਖਤ ਸ਼੍ਰੀ ਕੇਸਗੜ੍ਹ ਸਾਹਿਬ। ਤੀਸਰਾ ਹੈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਇਹ ਸਭ ਤੋਂ ਪਵਿੱਤਰ ਸਥਾਨ ਹੈ। ਸਿੱਖਾਂ ਦੇ ਧਾਰਮਿਕ ਅਤੇ ਰਾਜਨੀਤਿਕ ਇਤਿਹਾਸ ਨਾਲ ਬਹੁਤ ਜ਼ਿਆਦਾ ਜੁੜਿਆ ਹੋਇਆ ਹੈ। ਜਿਹੜਾ ਅਨੰਦਪੁਰ ਸਾਹਿਬ ਦੀ ਜਗ੍ਹਾ ਨੈਣਾ ਦੇਵੀ ਤੋਂ ਪਹਿਲਾਂ ਆਉਂਦਾ ਅਨੰਦਪੁਰ ਸਾਹਿਬ,
1665 ਈਸਵੀ ਵਿੱਚ 9ਵੇਂ ਗੁਰੂ ਨੇ ਤੇਗ ਬਹਾਦਰ ਜੀ ਨੇ ਇਹ ਸ਼ਹਿਰ ਨੂੰ ਵਸਾਇਆ ਸੀ ਅਤੇ ਆਪ ਗੁਰੂ ਜੀ ਇੱਥੇ 25 ਸਾਲ ਬਿਰਾਜਮਾਨ ਰਹੇ। 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ 30 ਮਾਰਚ ਨੂੰ ਇਹਨਾਂ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰ ਲਈਏ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਉਹਨਾਂ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ। ਇਹ ਖਾਲਸੇ ਦੀ ਜਨਮ ਭੂਮੀ ਮੰਨੀ ਜਾਂਦੀ ਹੈ। ਇਹ ਖਾਲਸੇ ਦੀ ਜਨਮ ਭੂਮੀ ਮੰਨੀ ਜਾਂਦੀ ਹੈ। ਜਨਮ ਭੂਮੀ ਕੁਐਸਚਨ ਪੁੱਛ ਸਕਦੇ ਨੇ ਪੇਪਰ ਦੇ ਵਿੱਚ। ਜਨਮ ਭੂਮੀ, ਖਾਲਸੇ ਦੀ ਜਨਮ ਭੂਮੀ ਕਿਸ ਨੂੰ ਕਹਿੰਦੇ? ਚੌਥਾ ਤਖਤ ਸ੍ਰੀ ਹਜ਼ੂਰ ਸਾਹਿਬ। ਚੌਥਾ ਤਖਤ ਹਜ਼ੂਰ ਸਾਹਿਬ, ਹਜ਼ੂਰ ਸਾਹਿਬ, ਹਜ਼ੂਰ ਸਾਹਿਬ। ਇਹ ਕਿਹੜੇ ਜ਼ਿਲ੍ਹੇ 'ਚ ਹੈ? ਇਹ ਹਜ਼ੂਰ ਮਹਾਰਾਸ਼ਟਰ ਦੇ ਵਿੱਚ, ਹਜ਼ੂਰ ਸਾਹਿਬ ਮਹਾਰਾਸ਼ਟਰ ਦੇ ਵਿੱਚ ਗੋਦਾਵਰੀ ਕੰਢੇ 'ਤੇ ਹੈ। ਮਹਾਰਾਸ਼ਟਰ ਦੇ ਵਿੱਚ, ਮਹਾਰਾਸ਼ਟਰ ਵਿੱਚ, ਮਹਾਰਾਸ਼ਟਰ ਦੇ ਵਿੱਚ ਗੋਦਾਵਰੀ ਨਦੀ ਦੇ ਕੰਢੇ 'ਤੇ ਹੈ। ਗੋਦਾਵਰੀ ਨਦੀ ਦੇ ਕਿਸ ਕੰਢੇ 'ਤੇ ਹੈ? ਇਹ ਪੇਪਰ ਦੇ ਵਿੱਚ ਕਿਤੋਂ ਵੀ ਕੁਐਸਚਨ ਪੁੱਛ, ਉਲਝਾ ਕੇ ਵੀ ਪੁੱਛ ਸਕਦੇ ਨੇ ਅਤੇ ਸਿੱਧਾ ਸਿੱਧਾ ਨਹੀਂ ਪੁੱਛਦੇ ਕੁਐਸਚਨ। ਕਈ ਵਾਰ ਉਹ ਜਗ੍ਹਾ ਪੁੱਛ ਲੈਂਦੇ ਨੇ ਜਾਂ ਪੁੱਛ ਲੈਂਦੇ ਨੇ ਕਿਸ ਜ਼ਿਲ੍ਹੇ ਦੇ ਵਿੱਚ ਹੈ ਅਤੇ ਕਿਹੜੀ ਨਦੀ ਦੇ ਕੰਢੇ 'ਤੇ ਸਥਿਤ, ਇੱਦਾਂ ਵੀ ਪੁੱਛ ਸਕਦੇ ਨੇ। ਇਸ ਥਾਂ ਦੇ ਉੱਪਰ ਜਿਹੜੇ ਦਸਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਸੀ। ਇਸ ਦੇ ਤਖਤ ਸਾਹਿਬ ਦੇ ਅੰਦਰਲੇ ਕਮਰੇ ਨੂੰ, ਜੋ ਅੰਦਰ ਕਮਰਾ ਬਣਿਆ ਹੈ, ਇੱਕ ਨੂੰ ਅੰਗੀਠਾ ਸਾਹਿਬ ਕਹਿੰਦੇ ਨੇ। ਇਹ ਨੰਦੇੜ ਦਾ ਪ੍ਰਮੁੱਖ ਧਾਰਮਿਕ ਸਥਲ ਹੈ। ਜਿਹੜੇ 10ਵੇਂ ਗੁਰੂ ਸਾਹਿਬ ਸੀ ਉਹ ਇੱਥੇ ਆਪਣੀ ਕਚਹਿਰੀ ਸਜਾਉਂਦੇ ਸੀ, ਆਪਣਾ ਵਿਚਾਰ ਵਟਾਂਦਰਾ ਕਰਦੇ ਸੀ। ਹਮਲਾਵਰ ਜਿਹੜੇ ਹਮਲਾ ਕਰਦੇ ਸੀ ਮੁਗਲ ਉਸ ਟਾਈਮ ਦੇ ਵਿੱਚ, ਅਤੇ ਉਹਨਾਂ ਤੋਂ ਜ਼ਖਮੀ ਹੋਣ ਤੋਂ ਬਾਅਦ ਜਿਹੜੇ ਬੰਦੇ ਜ਼ਖਮੀ ਹਾਲਾਤ ਦੇ ਵਿੱਚ ਆਉਂਦੇ ਸੀ ਉਹਨਾਂ ਨੂੰ ਤੰਬਿਆਂ ਵਿੱਚ ਇੱਥੇ ਰੱਖਿਆ ਜਾਂਦਾ ਸੀ। ਇੱਥੇ ਹੀ ਜਿਹੜੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਬੰਦਾ ਸਿੰਘ ਬਹਾਦਰ ਦੀ। ਉਹਨਾਂ ਨੂੰ ਪੰਜ ਪਿਆਰਿਆਂ ਨੂੰ ਇਸ ਸਾਈਡ ਗੁਰੂ ਸਾਹਿਬ ਨੇ ਇੱਧਰ ਪੰਜਾਬ ਵੱਲ ਨੂੰ ਇੱਧਰ ਭੇਜਿਆ ਸੀਗਾ, ਅਤੇ ਉਸ ਤੋਂ ਬਾਅਦ ਇਨਸਾਫ ਲਈ ਲੜਨ ਲਈ ਉਹਨਾਂ ਨੂੰ ਪ੍ਰੇਰਿਆ ਸੀ। ਉਹ ਅਸੀਂ ਅੱਗੇ ਵੀਡੀਓ ਵਿੱਚ ਗੱਲ ਕਰਾਂਗੇ। ਪਹਿਲਾਂ ਤਖਤਾਂ ਦੀ ਗੱਲ ਕਰ ਰਹੇ ਹਾਂ। ਗੁਰੂ ਨਾਨਕ ਦੇਵ ਜੀ ਨੇ ਜੋ ਸੱਚਖੰਡ ਹੈ ਉਹਨੂੰ ਗੁਰੂ ਦਾ ਘਰ ਕਿਹਾ ਸੀ। 1830 ਈਸਵੀ ਦੇ ਵਿੱਚ ਇਸ ਦੀ ਜਿਹੜੀ ਉਸਾਰੀ ਹੈ ਉਹ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸ਼ਾਹੀ ਖਜ਼ਾਨੇ 'ਚੋਂ ਕਰਵਾਈ ਸੀ। ਪੰਜਾਬ ਤੋਂ ਮਜ਼ਦੂਰ ਸ਼ਿਲਪਕਾਰ ਭੇਜ ਕੇ ਇੱਥੇ ਹਜ਼ੂਰ ਸਾਹਿਬ ਭੇਜੇ ਸੀ ਅਤੇ ਉਹਨਾਂ ਦੀ ਉਸਾਰੀ ਕਰਵਾਈ। ਹੁਣ ਅਸੀਂ ਲਾਸਟ ਗੱਲ ਕਰਾਂਗੇ ਪੰਜਵੇਂ ਤਖਤ ਦੀ। ਪੰਜਵਾਂ ਤਖਤ ਹੈ ਤਖਤ ਸ਼੍ਰੀ ਪਟਨਾ ਸਾਹਿਬ। ਪੰਜਵੇਂ ਤਖਤ ਤਖਤ ਸ਼੍ਰੀ ਪਟਨਾ ਸਾਹਿਬ। ਪੰਜਵੇਂ ਤਖਤ ਦੀ ਗੱਲ ਕਰਾਂਗੇ, ਤਖਤ ਸ਼੍ਰੀ ਪਟਨਾ ਸਾਹਿਬ। ਪਟਨਾ ਸਾਹਿਬ ਇਹ ਕਿਸ ਜਗ੍ਹਾ ਦੇ ਉੱਪਰ ਹੈ? ਇਹ ਬਿਹਾਰ ਦੇ ਵਿੱਚ ਹੈ। ਬਿਹਾਰ ਦੇ ਵਿੱਚ ਹੈ। ਪਹਿਲੇ ਤਿੰਨ ਨੇ ਪੰਜਾਬ ਦੇ ਵਿੱਚ, ਲਾਸਟ ਵਾਲੇ ਦੋ ਨੇ ਇੱਕ ਮਹਾਰਾਸ਼ਟਰ ਦੇ ਵਿੱਚ ਅਤੇ ਪੰਜਵਾਂ ਹੈ ਬਿਹਾਰ ਦੇ ਵਿੱਚ। ਇਹ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ ਹੈ। ਇਹ 1699 1666 ਤੁਸੀਂ ਸੰਨ ਜ਼ਰੂਰ ਯਾਦ ਰੱਖਣਾ, ਕਾਫੀ ਇੰਪੋਰਟੈਂਟ ਹੈ ਕਿਸ ਸਾਲ ਦੇ ਵਿੱਚ। ਅਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ। ਅਨੰਦਪੁਰ ਸਾਹਿਬ ਜਾਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਜੀਵਨ ਦੇ ਜਿਹੜੇ ਸ਼ੁਰੂ ਵਾਲੇ ਮੁੱਢਲੇ ਵਰ੍ਹੇ ਸੀ ਉਹ ਇੱਥੇ ਬਿਤਾਏ ਸੀ। ਗੁਰੂ ਗੋਬਿੰਦ ਸਿੰਘ ਦੀ ਜਨਮ ਭੂਮੀ 'ਤੇ ਹੋਣ ਤੋਂ ਬਿਨਾਂ ਇਸ ਧਰਤੀ ਨੂੰ ਗੁਰੂ ਨਾਨਕ ਦੇਵ ਅਤੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੀ ਛੂਹ ਪ੍ਰਾਪਤ ਹੈ ਕਿ ਇੱਥੇ ਆਏ ਸੀ ਗੁਰੂ ਸਾਹਿਬ। ਅਤੇ ਗੁਰਦੁਆਰਾ ਪਟਨਾ ਸਾਹਿਬ ਹੈ ਇੱਥੇ, ਜਿਹੜਾ ਪੂਰਬੀ ਸਾਈਡ ਆ, ਪੂਰਬੀ ਭਾਰਤ ਹੈ, ਪੂਰਬੀ ਸਾਈਡ ਦੇ ਉੱਪਰ ਆ ਜਾਂਦਾ ਹੈ। ਇਹ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਇੱਕ ਮੁੱਖ ਕੇਂਦਰ ਸੀ ਅਤੇ ਇੱਕ ਜਗ੍ਹਾ ਸੀ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਮੇਨ ਟੌਪਿਕ ਆਪਣੇ ਬਾਇਓਗ੍ਰਾਫੀ ਆਫ ਬੰਦਾ ਸਿੰਘ ਬਹਾਦਰ। ਹੁਣ ਮੈਂ ਤੁਹਾਨੂੰ ਬੰਦਾ ਸਿੰਘ ਬਹਾਦਰ ਬਾਰੇ, ਉਹਦੇ ਜੀਵਨ ਬਾਰੇ ਅਤੇ ਉਸ ਦਾ ਕਿਸ ਤਰ੍ਹਾਂ ਉਹ ਵੈਰਾਗੀ ਬਣਿਆ, ਉਸਦੇ ਬਚਪਨ ਤੋਂ ਸਾਰੀ ਮੈਂ ਇੱਕ ਕਹਾਣੀ ਦੀ ਤਰ੍ਹਾਂ ਤੁਹਾਨੂੰ ਇੰਟਰਸਟਿੰਗ ਕਾਫੀ ਬਣਾ ਕੇ ਸੁਣਾਊਂਗਾ। ਅਤੇ ਉਸ ਤੋਂ ਬਾਅਦ ਕੀ ਹੈ, ਅਤੇ ਜਿਸ ਨਾਲ ਤੁਸੀਂ ਬੋਰ ਨਹੀਂ ਹੋਵੋਗੇ। ਹਿਸਟਰੀ ਨੂੰ ਤੁਸੀਂ ਇੱਕ ਕਹਾਣੀ ਦੇ ਰੂਪ ਵਿੱਚ ਬਹੁਤ ਚੰਗੀ ਤਰ੍ਹਾਂ ਯਾਦ ਰੱਖ ਸਕਦੇ ਹੋ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਬੰਦਾ ਸਿੰਘ ਬਹਾਦਰ ਇੱਕ ਬਹੁਤ ਯੋਧਾ ਸੀ ਅਤੇ ਉਹ ਕਿੰਨਾ ਪਰਿਸਥਿਤੀਆਂ ਵਿੱਚ ਯੋਧਾ ਬਣਿਆ ਅਤੇ ਉਸ ਦਾ ਜਨਮ। ਸਭ ਤੋਂ ਪਹਿਲਾਂ ਗੱਲ ਕਰਾਂਗੇ ਉਸਦੀ ਜਨਮ ਦੀ। ਉਸ ਦਾ ਜਨਮ ਬੰਦਾ ਸਿੰਘ ਬਹਾਦਰ ਦਾ 27 ਦਸੰਬਰ 1670 ਈਸਵੀ ਕਸ਼ਮੀਰ। ਉਹਦਾ ਅਸਲੀ ਨਾਂ ਸੀ ਉਹ ਲਛਮਣ ਦੇਵ ਸੀ। ਉਹ ਇੱਕ ਕਿਸਾਨ ਰਾਮਦੇਵ ਦੇ ਸਪੁੱਤਰ ਸਨ। ਉਹ ਕਿਸਾਨ ਰਾਮਦੇਵ ਦੇ ਪੁੱਤਰ ਸਨ। ਕਿਸਾਨ ਰਾਮਦੇਵ ਦੇ ਪੁੱਤਰ ਸਨ। ਇੱਥੇ ਆਹ ਫੋਟੋ ਦੇ ਵਿੱਚ ਤੁਹਾਨੂੰ ਚੰਗੀ ਤਰ੍ਹਾਂ ਲਿਖਿਆ ਗਿਆ ਹੈ। ਇਸ ਵਿੱਚ ਪੰਜਾਬੀ ਵਿੱਚ ਤੁਸੀਂ ਪੜ੍ਹ ਸਕਦੇ ਹੋ, ਤੁਹਾਡੀ ਸਹੂਲਤ ਲਈ ਪੰਜਾਬੀ ਦੇ ਵਿੱਚ ਲਿਖਿਆ ਗਿਆ ਹੈ। ਲਛਮਣ ਦੇਵ ਸੀ ਪਿਤਾ ਦਾ ਨਾਂ। ਉਹ ਰਾਜਪੂਤ ਡੋਗਰੇ ਸੀ।
ਉਹਨਾਂ ਕੋਲ ਪੈਸੇ ਸੰਪत्ति ਦੀ ਕੋਈ ਕਮੀ ਨਹੀਂ ਸੀ, ਕੋਈ ਪੈਸੇ ਦੀ ਕੋਈ ਕਮੀ ਨਹੀਂ ਸੀ। ਜਨਮ 16 ਇੱਥੇ ਗਲਤ ਲਿਖਿਆ 16 ਅਕਤੂਬਰ ਨਹੀਂ 27 ਦਸੰਬਰ 1670 ਨੂੰ ਉਹਨਾਂ ਦਾ ਜਨਮ ਹੁੰਦਾ ਹੈ। ਹੁਣ ਉਹਨਾਂ ਦੇ ਚੇਂਜ ਕਿਵੇਂ ਹੁੰਦਾ, ਉਹ ਬਹਾਦਰ ਯੋਧਾ ਕਿਵੇਂ ਬਣਦੇ ਨੇ, ਕਿਉਂਕਿ ਬਚਪਨ ਦੇ ਵਿੱਚ ਤਾਂ ਤੁਸੀਂ ਦੇਖੋਗੇ ਉਹਨਾਂ ਦਾ ਨਾਮ ਲਛਮਣ ਦੇਵ ਸੀ ਅਤੇ ਉਸ ਤੋਂ ਬਾਅਦ ਉਹ ਬੰਦਾ ਸਿੰਘ ਬਹਾਦਰ ਬਣਦੇ ਨੇ। ਸਿੰਘ ਕਿਵੇਂ ਬਣੇ, ਕੀ ਕਾਰਨ ਸੀ। ਅਤੇ ਇੱਕ ਕਹਾਣੀ ਹੈ ਇਹ ਕਿ ਉਹ ਜਦੋਂ ਬਚਪਨ ਦੇ ਵਿੱਚ ਤੀਰ ਕਮਾਨਾਂ ਨਾਲ ਖੇਡ ਰਹੇ ਸੀ, ਇੱਕ ਫੋਟੋ ਦੇ ਵਿੱਚ ਦਿਖਾਇਆ ਗਿਆ ਹੈ, ਅੱਗੇ ਫੋਟੋ ਆ ਦੇਖੋ, ਫੋਟੋ ਦੇ ਵਿੱਚ ਉਹ ਇੱਕ ਤੀਰ ਕਮਾਨ ਪਾ ਕੇ ਨਾ ਉਹ ਸ਼ਿਕਾਰ ਖੇਡ ਰਹੇ ਸੀ, ਤਾਂ ਇੱਕ ਹਿਰਨੀ ਗਰਭਵਤੀ ਪਈ ਹੈ ਜੋ ਮਰੀ ਪਈ ਹੈ। ਇਹ ਨਾ ਸ਼ਿਕਾਰ ਕੀਤਾ, ਉਹ ਗਰਭਵਤੀ ਸੀ ਹਿਰਨੀ, ਅਤੇ ਹਿਰਨੀ ਦੇ ਪੇਟ 'ਚ ਬੱਚੇ ਸੀ। ਅਤੇ ਉਸ ਤੋਂ ਬਾਅਦ ਇਹਦਾ ਮਨ ਇੰਨਾ ਖਰਾਬ ਹੋਇਆ ਅਤੇ ਇਹਨੇ ਤੀਰ ਕਮਾਨ ਸੁੱਟ 'ਤੇ ਤੋੜ ਕੇ, ਅਤੇ ਉਸ ਤੋਂ ਬਾਅਦ ਇਹ ਵੈਰਾਗੀ ਬਣ ਗਿਆ। ਆਹ ਨਿਚਲੀ ਫੋਟੋ ਦੇ ਵਿੱਚ ਵੈਰਾਗੀ ਬਣਿਆ, ਉੱਪਰ ਆਹ ਨੀਚੇ ਵੈਰਾਗੀ ਬਣਿਆ। ਅਤੇ ਉਸ ਤੋਂ ਬਾਅਦ ਕੀ ਹੋਇਆ, ਵੈਰਾਗੀ ਜਾਨਕੀ ਪ੍ਰਸਾਦ ਨੂੰ ਮਿਲਿਆ। ਇਹ ਜਾ ਕੇ ਜਾਨਕੀ ਪ੍ਰਸਾਦ ਨੂੰ ਮਿਲਣ ਤੋਂ ਬਾਅਦ ਇਹਨੇ ਆਪਣਾ ਨਾਮ ਬਦਲ ਕੇ ਮਾਧੋ ਦਾਸ ਰੱਖਿਆ। ਆਪਣੇ ਯੋਗ ਗੁਰੂ ਔਗੜ ਨਾਥ ਦੇ ਕੋਲ ਇਹ ਨਾਸਕ ਤੋਂ ਔਗੜ ਨਾਥ ਨੂੰ ਆਪਣਾ ਗੁਰੂ ਬਣਾਇਆ ਇਹਨੇ। ਅਤੇ ਜਿਹੜੇ ਜਗ੍ਹਾ 'ਤੇ ਠਹਿਰਿਆ ਉਹ ਨਾਸਕ ਤੋਂ ਸੀਗੇ ਗੁਰੂ, ਉਹਨਾਂ ਦੀ ਮੌਤ ਤੋਂ ਬਾਅਦ ਆਪ ਨੰਦੇੜ ਆ ਗਿਆ, ਉੱਥੇ ਆ ਕੇ ਆਪਣੇ ਇਹਨੇ ਇੱਕ ਡੇਰਾ ਬਣਾਇਆ। ਫਿਰ ਉਸ ਤੋਂ ਬਾਅਦ ਸਤੰਬਰ 1708 ਦੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਨੰਦੇੜ ਆ ਕੇ ਇਹਦੇ ਡੇਰੇ 'ਤੇ ਆਏ, ਅਤੇ ਗੁਰੂ ਜੀ ਨੇ ਇਹਨੂੰ ਆ ਕੇ ਇਹਨੇ ਗੁਰੂ ਸਾਹਿਬ ਨੂੰ ਕਾਫੀ ਕਰਾਮਾਤਾਂ ਦਿੱਤੀਆਂ, ਗੁਰੂ ਸਾਹਿਬ ਨੂੰ ਅਟਰੈਕਟਿਵ ਕਰਨ ਦੀ ਕੋਸ਼ਿਸ਼ ਕੀਤੀ, ਪਰ ਗੁਰੂ ਸਾਹਿਬ ਨੇ ਇਹਦੇ 'ਤੇ ਮੰਤਰ ਸ਼ੰਤਰ ਕੋਈ ਨਹੀਂ ਚੱਲ ਸਕੇ। ਆਹ ਦੇਖੋ ਤਸਵੀਰ ਦੇ ਵਿੱਚ ਇਹ ਗੁਰੂ ਸਾਹਿਬ ਅੱਗੇ ਹੱਥ ਜੋੜਦਾ ਦਿਖਾਈ ਦੇ ਰਿਹਾ। ਫਿਰ ਗੁਰੂ ਸਾਹਿਬ ਨੇ ਇਹਨੂੰ ਆਪਣੇ ਅਗਲੀ ਫੋਟੋ ਦੇ ਵਿੱਚ ਗੁਰੂ ਸਾਹਿਬ ਨੇ ਇਹਨਾਂ ਨੂੰ ਤੀਰ ਨਗਾੜਾ ਦੇ ਕੇ ਇਹਨੂੰ ਪੰਜਾਬ ਦੇ ਵੱਲ ਤੋਰਿਆ। ਤੀਰ ਨਗਾੜਾ ਆਪਣੇ ਭੱਥੇ 'ਚੋਂ 5 ਤੀਰ ਦਿੱਤੇ ਸੀ ਇਹਨੂੰ, ਅਤੇ ਇਹਨੂੰ ਨਾਮ ਦਿੱਤਾ ਬੰਦਾ ਸਿੰਘ ਦਾ ਨਾਮ ਦੇ ਕੇ। ਅਤੇ ਇਹਦੇ ਜਿਹੜੇ ਸਲਾਹਕਾਰ ਸੀ 5 ਪਿਆਰੇ, ਉਹ ਕਿਹੜੇ ਸੀ 5 ਬੰਦੇ, ਉਹ ਸੀਗੇ ਉਹਨਾਂ ਦੇ ਵਿੱਚੋਂ ਪਹਿਲਾ ਨਾਂ ਵਿਨੋਦ ਸਿੰਘ ਦਾ, ਫਿਰ ਕਾਹਨ ਸਿੰਘ, ਫਿਰ ਬਾਜ ਸਿੰਘ ਸੀ, ਫਿਰ ਦਇਆ ਸਿੰਘ, ਫਿਰ ਤੇ ਰਾਮ ਸਿੰਘ ਸੀ। ਅਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਆਪਣਾ ਸੈਨਾਪਤੀ ਨਿਯੁਕਤ ਕਰਕੇ ਮੁਗਲਾਂ ਦੇ ਵਿਰੁੱਧ, ਜਿਹੜੇ ਮੁਗਲ ਅਤਿਆਚਾਰ ਕਰ ਰਹੇ ਸੀ ਪੰਜਾਬ 'ਤੇ, ਵਜ਼ੀਰ ਖਾਂ ਨੂੰ ਸਜ਼ਾ ਦੇਣ ਲਈ ਮੁਹਿੰਮ ਤੋਰੀ ਹੋਈ ਸੀ, ਉਹਦੀ ਅਗਵਾਈ ਕਰਨ ਲਈ ਬੰਦਾ ਸਿੰਘ ਬਹਾਦਰ ਨੂੰ ਉੱਥੋਂ ਨਾਸਕ ਤੋਂ ਭੇਜਿਆ, ਔਗੜ ਨਾਥ ਦੇ ਡੇਰੇ ਤੋਂ। ਅਤੇ ਗੁਰੂ ਸਾਹਿਬ ਨੇ ਉਸ ਤੋਂ ਬਾਅਦ ਜਦੋਂ ਇਹ ਪੰਜਾਬ ਦੇ ਵੱਲ ਆਉਂਦਾ ਹੈ ਬੰਦਾ ਸਿੰਘ ਬਹਾਦਰ, ਇਹ ਪਹਿਲਾਂ ਸ਼ੁਰੂ ਦੇ ਵਿੱਚ ਸਰਹੰਦ, ਸਮਾਣਾ, ਘੁਰਮ, ਅਤੇ ਉਸ ਤੋਂ ਬਾਅਦ ਜਗ੍ਹਾ ਆਉਂਦੀ ਹੈ ਇੱਕ ਥਸਕ ਆਉਂਦੀ ਹੈ, ਸ਼ਾਹਬਾਦ ਆਉਂਦਾ, ਮੁਸਤਫਾਬਾਦ, ਕਪੂਰੀ, ਇਹ ਸਾਰੀ ਜਗ੍ਹਾ 'ਤੇ ਕਬਜ਼ਾ ਕਰਕੇ ਨੇ ਆਪਦੇ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਅੱਗੇ। ਆਹ ਦੇਖੋ ਬੰਦਾ ਸਿੰਘ ਬਹਾਦਰ ਇਹ ਪੰਜਾਬ ਵੱਲ ਨੂੰ ਆ ਰਿਹਾ, ਪੰਜਾਬ ਵੱਲ ਨੂੰ ਆਉਂਦੇ ਹੁੰਦੇ ਸਰਹੰਦ, ਸਢੌਰਾ ਇਹ ਜਗ੍ਹਾ ਦੇ ਉੱਤੇ ਕਬਜ਼ਾ ਕਰਦੇ। ਸਰਹੰਦ ਦਾ ਨਵਾਬ ਵਜ਼ੀਰ ਖਾਨ 12 ਮਈ ਸਨ, ਕਾਫੀ ਇੰਪੋਰਟੈਂਟ ਨੇ ਜਿਹੜੇ ਮੈਂ ਬਾਰ-ਬਾਰ ਲਿਖ ਰਿਹਾ ਸਕਰੀਨ ਦੇ ਉੱਪਰ। ਇਹ ਚੱਪੜ ਚਿੜੀ ਦੀ ਲੜਾਈ ਵਿੱਚ ਜਿਹੜਾ ਸਰਹੰਦ ਨਵਾਬ ਵਜ਼ੀਰ ਖਾਨ ਸੀ ਉਹ ਮਾਰਿਆ ਗਿਆ ਸੀ, ਅਤੇ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਸਰਹੰਦ 'ਤੇ ਕਬਜ਼ਾ ਕਰ ਲਿਆ ਸੀ। ਅਗਲੀ ਤਸਵੀਰ ਦੇ ਵਿੱਚ ਆ ਦੇਖੋ ਲੜਾਈ ਹੋ ਰਹੀ ਹੈ ਇਹਦੀ ਸਰਹੰਦ ਦੇ ਨਵਾਬ ਨਾਲ, ਅਤੇ ਉਹ ਜਗ੍ਹਾ ਦਿਖਾਇਆ ਗਿਆ ਨਕਸ਼ੇ ਦੇ ਵਿੱਚ ਦਿਖਾਇਆ ਗਿਆ ਹੈ ਚੱਪੜ ਚਿੜੀ ਦੇ ਸਥਾਨ 'ਤੇ। ਚੱਪੜ ਚਿੜੀ ਅੰਬਰਸਰ, ਸਮਾਣਾ, ਜਲਾਲਾਬਾਦ, ਕੀਰਤਪੁਰ, ਚੱਪੜ ਚਿੜੀ ਆਹ ਜਗ੍ਹਾ ਚੱਪੜ ਚਿੜੀ ਇੱਥੇ ਹੋਇਆ ਸੀ ਚੱਪੜ ਚਿੜੀ 1710। ਅਤੇ ਉਸ ਤੋਂ ਬਾਅਦ ਬੰਦਾ ਸਿੰਘ ਨੇ ਮੁਖਲਿਸਪੁਰ ਕਿਲ੍ਹੇ ਨੂੰ ਆਪਦੀ ਰਾਜਧਾਨੀ ਬਣਾ ਲਿਆ। ਉਸ ਤੋਂ ਬਾਅਦ ਲੋਹਗੜ੍ਹ ਕਿਲ੍ਹੇ, ਉਸ ਤੋਂ ਬਾਅਦ ਰਾਜਸੀ ਸਾਨੋ ਸ਼ੌਕਤ ਉਹਨੇ ਅਖਤਿਆਰ ਕਰ ਲਈ, ਇੱਕ ਰਾਜਿਆਂ ਦੀ ਤਰ੍ਹਾਂ ਰਹਿਣ ਲੱਗ ਗਿਆ। ਅਤੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲੇ ਇੱਕ ਸਿੱਖ ਸੀਗੇ, ਉਹਨਾਂ ਨੂੰ ਮਾਰਿਆ ਮੁਗਲ ਸ਼ਾਸਕ ਬਹਾਦਰ ਸ਼ਾਹ ਨੇ। ਅਤੇ ਉਸ ਤੋਂ ਬਾਅਦ ਕੀ ਹੋਇਆ, ਬੰਦਾ ਸਿੰਘ ਬਹਾਦਰ ਇੱਥੋਂ ਨਿਕਲਣ ਵਿੱਚ ਕਾਮਯਾਬ ਰਹੇ। ਉੱਥੇ ਇੱਕ ਲੜਾਈ ਹੋਈ ਸੀਗੀ, ਲੜਾਈ ਦਾ ਕਾਰਨ ਇਹ ਬਣਿਆ ਕਿ ਬੰਦਾ ਸਿੰਘ ਬਹਾਦਰ ਨੂੰ ਉਹ ਜਦੋਂ ਰਾਜਸੀ ਚਿੰਨ੍ਹ ਅਪਣਾ ਲਏ, ਅਤੇ ਬੰਦਾ ਸਿੰਘ ਬਹਾਦਰ ਇੱਕ ਰਾਜਿਆਂ ਦੀ ਤਰ੍ਹਾਂ ਰਹਿਣ ਲੱਗ ਗਿਆ। ਪਰ ਉੱਥੇ ਗੁਰੂ ਸਾਹਿਬ ਦੇ ਨੂੰ ਮੰਨਣ ਵਾਲੇ, ਪਹਿਲੇ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲੇ ਸਿੱਖ ਸੀਗੇ, ਉਹਨਾਂ ਨੂੰ ਮੁਗਲ ਸ਼ਾਸਕ ਬਹਾਦਰ ਸ਼ਾਹ ਦੀਆਂ ਅੱਖਾਂ ਦੇ ਵਿੱਚ ਰੜਕਦਾ ਸੀ ਬੰਦਾ ਸਿੰਘ ਬਹਾਦਰ ਵੀ ਇਹਨੇ ਕਿਉਂ ਸਾਨੂੰ ਮਾਰ ਰਿਹਾ। ਨਵਾਬ ਵਜ਼ੀਰ ਖਾਂ ਦਾ ਬਦਲਾ ਲੈਣ ਲਈ ਕਿਤੇ ਨਾ ਕਿਤੇ ਇਹਨੇ ਉਸ ਚੀਜ਼ ਦਾ ਬਦਲਾ ਲੈਣ ਲਈ ਇਹ 'ਤੇ ਹਮਲਾ ਕੀਤਾ। ਜਿਹੜੇ ਗੁਰੂ ਸਾਹਿਬ ਨੂੰ ਮੰਨਦੇ ਸੀ ਵੀ ਇਸ ਨਾਲ ਬੰਦਾ ਸਿੰਘ ਬਹਾਦਰ ਤੜਫੂ ਅਤੇ ਸਾਡੇ ਨਾਲ ਲੜਾਈ ਕਰੂ, ਇਹ ਇੱਕ ਕਾਰਨ ਬਣਿਆ। ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ
ਲੋਹਗੜ੍ਹ ਦੇ ਕਿਲੇ ਵਿੱਚ ਸੀਗਾ ਜਦੋਂ ਉਹਨੇ ਹਮਲਾ ਕੀਤਾ। ਉਹਨੂੰ ਮਾਰਿਆ। ਜਿਹੜੇ ਉਹ ਪਹਿਲੇ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲੇ ਸਿੱਖ ਨੂੰ ਜਦੋਂ ਉਹਨਾਂ ਨੇ ਕਤਲ ਕੀਤਾ ਤਾਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਉਹ ਪਾਲਣ ਕਰਦੇ ਸੀ। ਅਤੇ ਉਸ ਤੋਂ ਬਾਅਦ ਕੀ ਹੋਇਆ, ਬੰਦਾ ਸਿੰਘ ਬਹਾਦਰ ਗੁਰਦਾਸਪੁਰ ਦੇ ਨੰਗਲ 'ਚੋਂ ਭੱਜ ਨਿਕਲਿਆ। ਅਤੇ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੇ ਕੋਲ ਸੈਨਿਕ ਥੋੜ੍ਹੇ ਸੀ, ਪੈਸੇ, ਘੋੜੇ, ਹਾਥੀ, ਇੰਨੀ ਜ਼ਿਆਦਾ ਫੌਜ ਨਹੀਂ ਸੀ ਉਹਦੇ ਕੋਲ। ਫਿਰ ਕੀ ਕੀਤਾ, ਮੁਗਲ ਬਾਦਸ਼ਾਹ ਸੀ ਫਰਖਸ਼ੀਅਰ, ਉਹਦੀ ਰਹਿਨਮਾਈ ਸਾਰਾ ਕੰਮ ਅੱਗੇ ਵੱਧਦਾ ਗਿਆ। ਅਤੇ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੂੰ 1715 ਦੇ ਵਿੱਚ ਉਹਨਾਂ ਨੇ ਬੰਦਾ ਸਿੰਘ ਬਹਾਦਰ ਨੂੰ ਕਬਜ਼ਾ ਕਰ ਲਿਆ, ਬੰਦਾ ਸਿੰਘ ਬਹਾਦਰ ਨੂੰ ਫੜ ਲਿਆ। ਆਹ ਦੇਖੋ ਤਸਵੀਰ ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਇੱਥੇ ਤੋਰ ਕੇ ਲਿਜਾਇਆ ਗਿਆ ਅਤੇ ਫਿਰ ਉੱਥੇ ਬੰਨਿਆ ਜੰਜੀਰਾਂ ਦੇ ਨਾਲ, ਪੈਦਲ ਤੋਰ ਕੇ ਲਾਹੌਰ ਤੋਂ ਦਿੱਲੀ, ਪਹਿਲਾਂ ਲਾਹੌਰ ਲੈ ਕੇ ਗਏ, ਫਿਰ ਲਾਹੌਰ ਤੋਂ ਇਹਨੂੰ ਦਿੱਲੀ ਲਿਆਏ। ਅਤੇ ਉਸ ਤੋਂ ਬਾਅਦ ਖਵਾਜਾ ਨਾਮ ਸੀ ਇੱਕ ਖਵਾਜਾ ਉਦੀਨ ਬਖਤਿਆਰ ਕਾਜੀ, ਉਹਦੀ ਦਰਗਾਹ 'ਤੇ ਲਿਜਾ ਕੇ ਕਿਹਾ ਵੀ ਤੂੰ ਇਸਲਾਮ ਧਰਮ ਮੰਨਦਾ ਜਾਂ ਤੈਨੂੰ ਮੌਤ ਦੇਈਏ। ਉਹ ਕਹਿੰਦਾ ਵੀ ਮੈਂ ਇਸਲਾਮ ਧਰਮ ਨੂੰ ਨਹੀਂ ਮੰਨਦਾ। ਅਤੇ ਉਸ ਤੋਂ ਬਾਅਦ ਕੀ ਕੀਤਾ, ਜਦੋਂ ਇਹਨੇ ਕੋਈ ਧਰਮ ਉਹਨਾਂ ਦਾ ਮੰਨਣ ਤੋਂ ਇਨਕਾਰ ਕਰਤਾ, ਅਤੇ ਬੰਦਾ ਸਿੰਘ ਬਹਾਦਰ ਦਾ 4 ਵਰ੍ਹਿਆਂ ਦਾ ਇੱਕ ਪੁੱਤਰ ਸੀ, ਉਹਦਾ ਨਾਂ ਸੀ ਅਜੇ ਸਿੰਘ। ਇਹ ਵੀ ਪੇਪਰ ਦੇ ਵਿੱਚ ਇੱਕ ਵਾਰ ਪੁੱਛਿਆ ਗਿਆ ਹੈ ਕੁਐਸਚਨ ਵੀ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਨਾਂ ਕੀ ਸੀ, ਅਜੇ ਸਿੰਘ। ਅਤੇ ਉਹਨੂੰ ਬਹੁਤ ਜ਼ਿਆਦਾ ਤਸੀਹੇ ਦਿੱਤੇ ਗਏ। ਅਗਲੀ ਤਸਵੀਰ ਦੇ ਵਿੱਚ ਦੇਖਦੇ ਹਾਂ। ਆਹ ਦੇਖੋ ਬੰਦਾ ਸਿੰਘ ਬਹਾਦਰ ਨੂੰ ਤਸੀਹੇ ਦਿੱਤੇ। ਉਹਦਾ ਪੁੱਤਰ ਉਹਦਾ ਪੁੱਤਰ ਅਜੇ ਸਿੰਘ, ਪੁੱਤਰ ਦਾ ਨਾਮ ਅਜੇ ਸਿੰਘ ਸੀ, ਅਜੇ ਸਿੰਘ। ਇਹਨੂੰ ਬਹੁਤ ਜ਼ਿਆਦਾ ਬੰਦਾ ਸਿੰਘ ਬਹਾਦਰ ਨੂੰ ਤਸੀਹੇ ਦਿੱਤੇ ਗਏ। ਉਸ ਤੋਂ ਬਾਅਦ ਕੀ ਹੋਇਆ, ਉਹਦੀਆਂ ਅੱਖਾਂ ਕੱਢਤੀਆਂ, ਅੱਖਾਂ ਦੇ ਵਿੱਚ ਰਾੜ ਮਾਰ ਕੇ ਉਹਦੇ ਅੱਖਾਂ ਕੱਢਤੀਆਂ, ਪੈਰ ਚੀਰਤੇ, ਤੀਆਂ ਸਲਾਖਾਂ ਲਗਾਈਆਂ, ਸਰੀਰ ਦਾ ਅੰਗ ਕੱਟਿਆ ਗਿਆ। ਇਹ ਸਾਰਾ ਕੁਛ 9 ਜੂਨ 1716 ਨੂੰ ਹੋਇਆ। 9 ਜੂਨ 1716 ਨੂੰ ਹੋਇਆ। 1716 ਨੂੰ ਮੁਗਲ ਬਾਦਸ਼ਾਹ ਸੀ ਫਰਖਸ਼ੀਅਰ, ਉਹਦੇ ਕਹਿਣ 'ਤੇ ਇਹਨੂੰ ਸਜ਼ਾ ਦਿੱਤੀ ਗਈ। ਅਤੇ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੀ ਜਦੋਂ ਮੌਤ ਹੋ ਜਾਂਦੀ ਹੈ ਅਤੇ ਸਿੱਖਾਂ ਕੋਲ ਅਗਵਾਈ ਦੀ ਕਮੀ ਰਹਿ ਜਾਂਦੀ ਹੈ, ਵੀ ਕੋਈ ਅਗਵਾਈ ਕਰਨ ਵਾਲਾ ਨਹੀਂ ਹੁੰਦਾ। ਜਦੋਂ ਅਗਵਾਈ ਦੀ ਕਮੀ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਕਾਫੀ ਸੈਨਿਕ ਨੇ, ਉਹਨਾਂ 'ਚ ਘਮਸਾਨ ਮੱਚ ਜਾਂਦਾ ਵੀ ਹੁਣ ਸਾਡਾ ਕੀ ਬਣੂ। ਅਤੇ ਉਸ ਤੋਂ ਬਾਅਦ ਕੀ ਹੁੰਦਾ, ਅੰਮ੍ਰਿਤਸਰ 'ਤੇ ਆਪਦਾ ਕਬਜ਼ਾ ਕਰ ਲੈਂਦੇ ਨੇ। ਅਤੇ ਇਸ ਤੋਂ ਬਾਅਦ ਕੀ ਕਰਦੇ ਨੇ, ਹਰਿਮੰਦਰ ਸਾਹਿਬ ਜਾ ਕੇ, ਜਿਹੜਾ ਹਰਿਮੰਦਰ ਸਾਹਿਬ ਦੇ ਗਿਆਨੀ ਭਾਈ ਮਣੀ ਸਿੰਘ, ਉਹਨਾਂ ਨੂੰ ਨਿਯੁਕਤ ਕੀਤਾ। ਅਤੇ ਉੱਥੇ ਆਪਦੇ ਧਾਰਮਿਕ ਮਸਲੇ ਵਿਸਾਖੀ ਜਾਂ ਦੀਵਾਲੀ ਵਾਲੇ ਦਿਨ ਹੀ ਸੁਲਝਾਉਂਦੇ ਸੀਗੇ ਸਿੱਖ ਸੰਗਤਾਂ ਇਕੱਠੀਆਂ ਹੋ ਕੇ। ਅਤੇ ਜਿਹੜੀਆਂ ਇਹ ਸਿੱਖ ਸੰਗਤਾਂ ਇਕੱਠੀਆਂ ਹੁੰਦੀਆਂ ਸੀ, ਉਹਨਾਂ ਦਾ ਇੱਕ ਸੰਗਠਨ ਬਣਿਆ ਸੀ, ਉਹਨੂੰ ਸਰਬੱਤ ਖਾਲਸਾ ਦਾ ਨਾਂ ਦਿੱਤਾ ਗਿਆ। ਸਰਬੱਤ ਖਾਲਸਾ ਦਾ ਅਮਲੀ ਰੂਪ ਵਿੱਚ ਤਾਕਤ ਬਣ ਕੇ ਉੱਭਰਿਆ। ਇਹਨੂੰ ਜਥੇਦਾਰ ਨਿਯੁਕਤ ਕੀਤੇ। ਫਿਰ ਉਹਨਾਂ ਨੇ 1733 ਵਿੱਚ ਲਾਹੌਰ ਦਾ ਜਿਹੜਾ ਮੁਗਲ ਨਵਾਬ ਸੀ ਜ਼ਕਰੀਆ ਖਾਨ, ਜਦੋਂ ਪੂਰੇ ਤਾਕਤ 'ਤੇ ਇਹਨਾਂ ਨੂੰ ਸਿੱਖਾਂ ਨੂੰ ਨਹੀਂ ਦਬਾ ਸਕਿਆ ਤਾਂ ਉਹਨੇ ਆਪਦੀਆਂ ਕੁਝੀਆਂ ਸਾਜ਼ਿਸ਼ਾਂ, ષੜਯੰਤਰ ਕਰਨੇ ਸ਼ੁਰੂ ਕਰ ਦਿੱਤੇ। ਕਿ ਉਹਨਾਂ ਨੇ ਕੀ ਕੀਤਾ, ਜਿਹੜੇ ਇਹ ਫੋਟੋ ਦੇ ਵਿੱਚ ਦਿਖਾਏ ਗਏ ਹਨ, ਨਵਾਬ ਕਪੂਰ ਸਿੰਘ ਅਤੇ ਦੂਸਰੇ ਨੇਗੇ ਪਹਿਲੇ ਨਵਾਬ ਕਪੂਰ ਸਿੰਘ ਨੇ। ਉਸ ਤੋਂ ਬਾਅਦ ਦੂਜੀ ਤਸਵੀਰ ਦੇ ਵਿੱਚ ਲਾਹੌਰ ਦਾ ਖਾਲਸਾ, ਸਰਬੱਤ ਖਾਲਸਾ ਸੀ। ਉਸ ਤੋਂ ਬਾਅਦ ਇਹਨਾਂ ਨੂੰ 2 ਦਲਾਂ ਵਿੱਚ ਵੰਡਦਾ, ਇੱਕ ਤਾਂ ਵਿੱਚ ਬੁੱਢਾ ਦਲ ਅਤੇ ਦੂਸਰਾ ਤਰੁਣਾ ਦਲ। ਅਤੇ ਜਿਹੜਾ ਨਵਾਬ ਕਪੂਰ ਸਿੰਘ ਨੂੰ ਬੁੱਢਾ ਦਲ ਦਾ ਅਤੇ ਉਹਨਾਂ ਨੂੰ ਤਰੁਣਾ ਦਲ ਦਾ, ਨਵਾਬ ਕਪੂਰ ਸਿੰਘ ਅਤੇ ਜੱਸਾ ਸਿੰਘ ਆਹਲੂਵਾਲੀਆ, ਦੂਸਰੇ ਦਾ ਨਾਮ ਜੱਸਾ ਸਿੰਘ ਆਹਲੂਵਾਲੀਆ, ਇੱਕ ਸੀ ਬੁੱਢਾ ਦਲ। ਅਤੇ ਉਹਨਾਂ ਨੂੰ 2 ਸੰਗਠਨਾਂ ਵਿੱਚ ਵੰਡ ਦਿੱਤਾ ਗਿਆ, ਬੁੱਢਾ ਦਲ ਅਤੇ ਤਰੁਣਾ ਦਲ। ਜਿਹੜੇ ਬੁੱਢਾ ਦਲ ਦੇ ਸਨ ਉਹ ਗੁਰਦੁਆਰਿਆਂ ਦੀ ਸੇਵਾ ਕਰਦੇ ਸਨ, ਤਰੁਣਾ ਦਲ ਦੇ ਉਹ ਸਾਰੇ ਉਹਦੇ ਵਿੱਚ ਨੌਜਵਾਨ ਹੀ ਸੀ। ਹਰਿਮੰਦਰ ਸਾਹਿਬ ਦੇ ਪਾਠੀ ਮਣੀ ਸਿੰਘ ਦੀ ਸ਼ਹਾਦਤ ਨੇ ਸਿੱਖਾਂ ਦੇ ਅੰਦਰ 1735 ਦੇ ਵਿੱਚ ਕੀ ਹੋਇਆ, ਉਹਨਾਂ ਦੀ ਸ਼ਹਾਦਤ ਹੋਈ। ਅਤੇ ਉਹਨਾਂ ਨੂੰ ਇਹਦੇ ਨਾਲ ਕੀ ਹੋਇਆ, ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਅਰਾਜਕਤਾ ਫੈਲਣ ਦਾ ਕਾਰਨ ਬਣਿਆ। ਅਤੇ ਉਸ ਤੋਂ ਬਾਅਦ ਨਾਦਰ ਸ਼ਾਹ ਨੇ ਲੋਕਾਂ ਨੂੰ ਇਕੱਠਾ ਕੀਤਾ, ਵੀ ਉਹਨਾਂ ਨੂੰ ਕਿਹਾ ਵੀ ਤੁਸੀਂ ਇਸਲਾਮ ਧਰਮ ਕਬੂਲ ਕਰੋ, ਅਤੇ ਮਨਾ ਕਰਤਾ। ਉਸ ਤੋਂ ਬਾਅਦ ਨਾਦਰ ਸ਼ਾਹ ਤੋਂ ਕਾਫੀ ਲੋਕ ਨਾਰਾਜ਼ ਹੋ ਗਏ। ਫਿਰ ਉਸ ਤੋਂ ਬਾਅਦ ਗੱਲ ਕਰਦੇ ਹਾਂ ਜ਼ਕਰੀਆ ਖਾਨ ਅਤੇ ਨਾਦਰ ਸ਼ਾਹ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਤਸੀਹੇ ਦਿੱਤੇ। ਜਿੰਨੇ ਵੀ ਸਿੱਖ ਸੰਗਤਾਂ ਸੀ ਉਹਨਾਂ ਨੂੰ ਫੜ ਲੈਂਦੇ ਸੀ
ਪਰ ਉਹ ਵਿਰੋਧ ਕਰਦੇ ਸੀ ਸਿੱਖ ਸੰਗਤਾਂ। 1745 ਈਸਵੀ ਵਿੱਚ ਜ਼ਕਰੀਆ ਖਾਂ ਦੀ ਮੌਤ ਹੋ ਜਾਂਦੀ ਹੈ। 1745 ਵਿੱਚ ਮੌਤ ਹੋਣ ਤੋਂ ਬਾਅਦ ਉਹਦਾ ਪੁੱਤਰ ਆਉਂਦਾ ਯਹੀਆ ਖਾਨ। ਉਹ ਵੀ ਉਹਨਾਂ ਦੇ ਨਾਲ ਵਧੀਆ ਵਤੀਰਾ ਨਹੀਂ ਸੀ, ਉਹ ਵੀ ਹਮੇਸ਼ਾ ਇਹੀ ਚਾਹੁੰਦਾ ਸੀ ਵੀ ਸਿੱਖਾਂ ਨੂੰ ਕਿਵੇਂ ਨਾ ਕਿਵੇਂ ਦਬਾਇਆ ਜਾਵੇ। ਅਤੇ ਉਸ ਤੋਂ ਬਾਅਦ ਕਹਿੰਦਾ 1740 ਵਿੱਚ ਉਹਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਜਨਵਰੀ 1748 ਦੇ ਵਿੱਚ ਅਫਗਾਨਿਸਤਾਨ ਦਾ ਇੱਕ ਨਵਾਂ ਸ਼ਾਸਕ ਬਣਦਾ ਅਹਿਮਦ ਸ਼ਾਹ ਅਬਦਾਲੀ, ਅਤੇ ਯਹੀਆ ਖਾਂ ਦਾ ਭਰਾ ਸ਼ਾਹ ਨਵਾਜ਼। ਅਤੇ ਉਹਦੇ ਜਿਹੜੇ ਨੂੰ ਬੁਲਾਉਣ ਵਾਲਾ ਹੁੰਦਾ ਅਹਿਮਦ ਸ਼ਾਹ ਅਬਦਾਲੀ ਨੂੰ, ਉਹ ਇਹੀ ਹੁੰਦਾ ਗਾ ਯਹੀਆ ਖਾਂ ਦਾ ਭਰਾ ਸ਼ਾਹ ਨਵਾਜ਼। ਉਹ ਭਾਰਤ ਦੇ ਵਿੱਚ ਦਾਖਲ ਹੁੰਦਾ, ਇੱਥੇ ਲੁੱਟ ਖਸੁੱਟ ਮਚਾਉਂਦਾ। ਅਬਦਾਲੀ ਫਿਰ ਦਿੱਲੀ ਵੱਲ ਨੂੰ ਜਾਂਦਾ ਅਤੇ ਉਹ ਮੁਗਲ ਫੌਜ ਦੇ ਕਮਾਂਡਰ ਮੀਰ ਮੰਨੂ ਦੇ ਹੱਥੋਂ ਉਹਦੀ ਹਾਰ ਹੋ ਜਾਂਦੀ ਆ। ਇਸ ਰਾਜਨੀਤਿਕ 605 ਦਾ ਲਾਭ ਲੈਂਦਿਆਂ ਸਰਬੱਤ ਖਾਲਸਾ ਨੇ ਮੁੜ ਆਪਣੀ ਪਛਾਣ ਬਣਾਈ। ਖਾਲਸਾ ਦੀਆਂ ਸਾਰੀਆਂ ਫੌਜਾਂ ਫਿਰ 1748 ਨੂੰ ਇਕੱਠੀਆਂ ਹੋ ਜਾਂਦੀਆਂ ਨੇ, ਅਤੇ ਜਿਹਨੂੰ ਦਲ ਖਾਲਸਾ ਕਿਹਾ ਜਾਂਦਾ। ਇੱਕ ਦਲ ਖਾਲਸਾ, ਇੱਕ ਤੱਤ ਖਾਲਸਾ, ਇਹ ਦੋ ਬਣਦੇ ਨੇ। ਫਿਰ ਇਹਦੀ ਕਮਾਨ ਆ ਜਿਹੜੀ ਇਹ ਜੱਸਾ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੰਭਾਲਦਾ। ਜਿਹੜੇ ਦਲ ਉਹ ਸੀ ਛੋਟੇ ਛੋਟੇ ਦਲ, ਇਹ 11 ਇਕਾਈਆਂ ਦੇ ਵਿੱਚ ਵੰਡੇ ਹੋਏ ਸੀ, ਅਤੇ ਜਿਨ੍ਹਾਂ ਨੂੰ ਮਿਸਲ ਕਿਹਾ ਜਾਂਦਾ ਸੀ। ਜਿਹੜੀ 12ਵੀਂ ਮਿਸਲ ਹੈ ਅੱਗੇ, ਉਹ ਫੂਲਕੀਆਂ ਮਿਸਲ ਬਣਦੀ ਆ। ਅਤੇ ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੂੰ ਗਵਰਨਰ ਨੂੰ ਹਰਾ ਕੇ ਫਿਰ ਦੂਸਰੀ ਸਾਈਡ ਕੀ ਹੁੰਦਾ, ਥੋੜ੍ਹੇ ਸਮੇਂ ਦੇ ਵਿੱਚ ਜਿਹੜਾ ਦਲ ਖਾਲਸਾ ਉਹਨੇ ਪੰਜਾਬ ਦੇ 2 ਹਿੱਸਿਆਂ 'ਤੇ ਕਬਜ਼ਾ ਕਰ ਲੈਂਦਾ। ਦਲ ਖਾਲਸਾ ਨੇ ਪਹਿਲੇ ਸਰਹੰਦ 'ਚ ਅਹਿਮਦ ਸ਼ਾਹ ਅਬਦਾਲੀ ਦੇ ਗਵਰਨਰ ਨੂੰ ਹਰਾਉਂਦੇ ਨੇ, ਫਿਰ ਦੂਸਰੀ ਉਹ 1762 ਦੇ ਵਿੱਚ ਵੱਡਾ ਘੱਲੂ ਘਾਰੇ ਤੋਂ ਬਾਅਦ ਇਸੇ ਸਾਲ ਖਾਲਸਾ ਨੇ ਅੰਮ੍ਰਿਤਸਰ ਵਿਖੇ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਹਰਾਇਆ। ਜਿਹੜਾ ਵੱਡਾ ਘੱਲੂ ਘਾਰਾ ਸੀ ਉਹਦਾ ਸੰਕਾਰ ਦਾ ਪੇਪਰ ਦੇ ਵਿੱਚ ਕੁਐਸਚਨ ਆਇਆ ਹੋਇਆ। ਜਿਹੜੇ ਦਲ ਖਾਲਸਾ ਅਤੇ ਅਹਿਮਦ ਸ਼ਾਹ ਅਬਦਾਲੀ ਵਿੱਚ ਹੋਈ ਇੱਕ ਦਿਨ ਦੀ ਲੜਾਈ ਦੇ ਵਿੱਚ ਸਿੱਖਾਂ ਦਾ ਕਤਲੇਆਮ ਬਹੁਤ ਜ਼ਿਆਦਾ ਹੋ ਜਾਂਦਾ। ਇਤਿਹਾਸ 'ਚ ਇਸ ਚੀਜ਼ ਨੂੰ ਵੱਡਾ ਘੱਲੂ ਘਾਰੇ ਦੇ ਨਾਂ ਨਾਲ ਜਾਣਿਆ ਜਾਂਦਾ। ਪਾਣੀਪਤ ਦੀ ਜਦੋਂ ਤੀਜੀ ਲੜਾਈ ਹੋਈ, ਜਿੱਤਣ ਤੋਂ ਮਗਰੋਂ ਜਦੋਂ ਉਹ ਮੁੜ ਆ ਰਿਹਾ ਸੀਗਾ ਵਾਪਸ ਅਹਿਮਦ ਸ਼ਾਹ ਅਬਦਾਲੀ, ਤਾਂ ਜਿਹੜੇ ਸਿੱਖ ਸੈਨਿਕਾਂ ਨੇ ਉਹਦਾ ਕਾਫੀ ਸਮਾਨ ਲੁੱਟ ਖਸੁੱਟ ਕੀਤੀ ਉਹਦੇ 'ਚ, ਅਤੇ ਉਹ ਇਸ ਗੱਲ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਵੀ ਮੈਨੂੰ ਇੱਕਦਮ ਕਿਹਨੇ ਲੁੱਟਿਆ, ਕਿਉਂ ਲੁੱਟਿਆ। ਉਸਨੂੰ ਇਸ ਚੀਜ਼ ਦਾ ਪਤਾ ਨਹੀਂ ਲੱਗਦਾ, ਅਚਾਨਕ ਸਿੱਖ ਹਮਲਾ ਕਰਦੇ ਉਹਦੇ 'ਤੇ। ਸਿੱਖਾਂ ਨੇ ਸਰਹੰਦ ਅਤੇ ਮਰੇਲਕੋਟਲਾ 2 ਜਗ੍ਹਾ 'ਤੇ ਲੁੱਟ ਖਸੁੱਟ ਕਰਦੇ ਨੇ, ਫਿਰ ਜਲੰਧਰ ਦੇ ਫੌਜਦਾਰ ਨੂੰ ਗਵਾਹ ਕਰ ਲੈਂਦੇ ਨੇ। ਇਸ ਨਾਲ ਅਬਦਾਲੀ ਹੋਰ ਵੀ ਗੁੱਸੇ 'ਚ ਆ ਜਾਂਦਾ। ਫਿਰ ਉਹ ਕੀ ਕਰਦਾ, ਮਰੇਲਕੋਟਲੇ ਦੇ ਨੇੜੇ ਇੱਕ ਜਗ੍ਹਾ ਗਈ ਕੋਪਰ ਹੀੜਾ, ਉੱਥੇ ਕੋਪਰ ਹੀੜਾ ਦੇ ਵਿੱਚ ਇੱਕ ਟੈਂਟ ਵਿੱਚ ਰਹਿ ਰਹੇ ਸੀਗੇ ਸਿੱਖ ਸ਼ਰਧਾਲੂ ਸੀ ਜਿਹੜੇ, ਅਤੇ ਉੱਥੇ ਅਹਿਮਦ ਸ਼ਾਹ ਅਬਦਾਲੀ ਨੇ ਥੋੜ੍ਹੇ ਜਿਹੇ ਸਿੱਖਾਂ ਨੂੰ ਫੜ ਕੇ ਕੈਦ ਕਰ ਲੈਂਦਾ। 5 ਫਰਵਰੀ ਨੂੰ ਸਿੱਖਾਂ ਦੇ ਅਬਦਾਲੀ ਦੇ ਵਿੱਚ ਬਹੁਤ ਖਤਰਨਾਕ ਲੜਾਈ ਹੁੰਦੀ ਆ। ਸਿੱਖਾਂ ਨੇ ਲੜਦੇ ਲੜਦੇ ਮਰਨ ਦੀ ਸਹੁੰ ਖਾ ਲੈਂਦੇ ਨੇ ਕਿ ਵੀ ਅਸੀਂ ਮਰ ਕੇ ਜਾਵਾਂਗੇ, ਅੱਜ ਇਹਨੂੰ ਛੱਡਦੇ ਨਹੀਂ, ਜਾਂ ਇਹ ਸਾਨੂੰ ਮਾਰੂ ਜਾਂ ਅਸੀਂ ਇਹਨੂੰ ਮਾਰਾਂਗੇ। ਉਸ ਤੋਂ ਬਾਅਦ ਅਬਦਾਲੀ ਆਪਦੀ ਬਹੁਤ ਜ਼ਿਆਦਾ ਵੱਡੀ ਸੈਨਾ ਲੈ ਆਉਂਦਾ ਅਤੇ ਕਬਜ਼ਾ ਕਰਦਾ। ਇਹ ਜਿਹੜਾ ਕਤਲੇਆਮ ਹੁੰਦਾ, ਇਹਦੇ ਵਿੱਚ 20,000 ਤੋਂ 50,000 ਦੇ ਵਿੱਚ ਸਿੱਖ ਔਰਤਾਂ, ਬੱਚੇ, ਸਾਰੇ ਤਰ੍ਹਾਂ ਦੇ ਹੁੰਦੇ ਨੇ ਇਹਦੇ 'ਚ ਬੰਦੇ, ਛੋਟੀ ਉਮਰ ਦੇ, ਵੱਡੀ ਉਮਰ ਦੇ, ਬਜ਼ੁਰਗ, ਬੱਚੇ, ਉਹਨਾਂ ਨੂੰ ਮਾਰ ਦਿੰਦਾ 1762 'ਚ। ਇਸ ਜਦੋਂ ਕਤਲੇਆਮ ਬਹੁਤ ਜ਼ਿਆਦਾ ਹੁੰਦਾ ਤਾਂ ਇਹਦੇ 'ਚ ਇਹਨੂੰ ਵੱਡੇ ਘੱਲੂ ਘਾਰੂ ਦਾ ਨਾਮ ਦਿੱਤਾ ਗਿਆ ਹੈ। ਜਿਹੜਾ ਇਸ ਤੋਂ ਪਹਿਲਾਂ ਹੋਇਆ ਛੋਟਾ ਘੱਲੂ ਘਾਰਾ, ਉਹਨੂੰ ਵੱਖਰੀ ਪਛਾਣ ਦੇਣ ਲਈ ਇਹ ਕੰਮ ਉਹਨਾਂ ਨੇ ਕੀਤਾ ਸੀ। ਅਤੇ ਪਰ ਜਿਹੜਾ ਅੱਜ ਪੰਜਾਬ ਸਰਕਾਰ ਨੇ ਇੱਥੇ ਕੋਪਰ ਹੀੜਾ ਦੇ ਨੇੜੇ ਮਰੇਲਕੋਟਲਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਪੈਂਦਾ, ਪਰ ਹੁਣ ਮਰੇਲਕੋਟਲਾ ਇੱਕ ਆਪ ਜ਼ਿਲ੍ਹਾ ਬਣ ਚੁੱਕਿਆ, ਇੱਥੇ ਇੱਕ ਯਾਦਗਾਰ ਬਣੀ ਹੋਈ ਹੈ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਸਿੱਖ ਮਿਸਲਾਂ ਦੀ। ਸਿੱਖ ਮਿਸਲਾਂ, ਇਹਦੀ ਟਾਈਮ ਹੈ ਜੋ 1776 ਤੋਂ 1799। ਉਸ ਤੋਂ ਬਾਅਦ ਗੱਲ ਕਰਾਂਗੇ 12 ਲੀਡਰ ਸਿੱਖ ਮਿਸਲਾਂ ਦੇ, ਉਹਨਾਂ ਦੇ ਲੀਡਰ ਆਹ ਫੋਟੋ ਦੇ ਵਿੱਚ ਦਿਖਾਏ ਗਏ ਨੇ। ਮਿਸਲ ਦਾ ਮਤਲਬ ਕੀ ਆ? ਮਿਸਲ ਇਜ਼ ਅ ਅਰਬਿਕ ਵਰਡ ਵਿਚ ਮੀਨਸ ਇਕੁਅਲ। ਸਮਾਨਤਾ, ਮਿਸਲ ਚੀਫ ਇੰਜੋਇਡ ਦਾ ਇਕੁਅਲ ਸਟੇਟਸ। ਆ ਕਿਹੜੀ ਸੀ ਸ਼ੁਰੂ ਦੇ ਵਿੱਚ ਪਹਿਲਾਂ? ਫੈਜ਼ਲਪੁਰੀਆ, ਆਹਲੂਵਾਲੀਆ, ਭੰਗੀ ਅਤੇ ਰਾਮਗੜੀਆ। ਅਤੇ ਪੰਜਾਬੀ ਭਾਸ਼ਾ ਦੇ ਵਿੱਚ ਮਿਸਲ ਨੂੰ ਅਸੀਂ ਹੁਣ ਇੱਕ ਰਾਜ ਮੰਡਲ ਸੰਗਠਨ ਕਹਿ ਸਕਦੇ ਹਾਂ। ਸਿੱਖ ਮਿਸਲਾਂ ਦਾ ਇਤਿਹਾਸ ਇੱਕ ਮਹੱਤਵਪੂਰਨ ਯੋਗਦਾਨ ਹੈ, ਕਿਉਂਕਿ ਇੱਥੇ ਸਿੱਖ ਰਾਜ ਦੀ ਨੀਂਹ ਸਿੱਖ ਮਿਸਲਾਂ ਦੀ ਹੋਂਦ ਦੇ ਆਉਣ ਤੋਂ ਪਹਿਲਾਂ ਹੀ ਪੈ ਗਈ। 2 ਦਹਾਕਿਆਂ ਮਤਲਬ 200 ਸਾਲ ਜ਼ਕਰੀਆ ਖਾਂ ਅਤੇ ਸਿੱਖਾਂ ਦੇ ਹੁਣ ਜਿਵੇਂ ਕੀਤੇ ਹੋਏ ਜ਼ੁਲਮਾਂ ਦੇ ਅੱਗੇ ਇਹਨਾਂ ਨੇ ਗੋਡੇ ਨਹੀਂ ਟੇਕੇ। ਸਿੱਖਾਂ ਦੇ ਅੰਦਰ ਹਮੇਸ਼ਾ ਹੀ ਰਹਿੰਦਾ ਸੀ ਵੀ ਸਾਡੇ ਅੰਦਰ ਵਿਸ਼ਵਾਸ, ਉਮੀਦ, ਨਿਡਰਤਾ, ਏਕੇ ਦੀ ਭਾਵਨਾ ਉਤਪੰਨ ਹੋਈ ਰਹਿੰਦੀ ਸੀ। ਅਤੇ ਉਸ ਤੋਂ ਬਾਅਦ ਅੰਦਾਜ਼ਾ ਇਹ ਵੀ ਲਾਇਆ ਜਾਂਦਾ ਕਿ ਜਿਹੜੇ ਸਿੱਖ ਅਧਿਕਾਰ ਖੇਤਰ ਆਪਣੇ ਢੰਗ ਨਾਲ ਕੰਮਕਾਰ ਚਲਾ ਸਕਦੇ ਸੀ, ਪਰ ਅੰਦਾਜ਼ਾ ਇਹ ਲਾਉਂਦੇ ਨੇ ਕਿ ਲੋਕ ਵੀ ਮੈਦਾਨ ਵਿੱਚ 70,000 ਫੌਜੀਆਂ ਨੂੰ ਖਦੇੜਨ ਦੀ ਤਾਕਤ ਰੱਖਦੇ ਸੀ। ਜਿਹੜੇ ਇਹ ਸੀਗੀਆਂ ਮਿਸਲਾਂ ਸੀ, ਪਹਿਲੀ ਮਿਸਲ ਕਰੋੜ ਸਿੰਘੀਆ ਮਿਸਲ, ਫਿਰ ਨਿਸ਼ਾਨ ਵਾਲੀਆ, ਫਿਰ ਸ਼ਹੀਦਾਂ ਮਿਸਲ ਆਉਂਦੀ ਆ, ਫਿਰ ਉਸ ਤੋਂ ਨਕਈ ਆਉਂਦੀ ਆ, ਡੱਲੇ ਵਾਲੀਆ, ਰਾਮਗੜੀਆ, ਫੂਲਕੀਆ ਮਿਸਲ, ਭੰਗੀ ਮਿਸਲ, ਆਲੂ ਵਾਲੀਆ ਮਿਸਲ, ਨਕਈ,
ਸਿੰਘਾਪੁਰੀ ਅਤੇ ਸ਼ੁੱਕਰ ਚੱਕੀ 12 ਮਿਸਲਾਂ ਸੀ। ਜਿਹੜਾ ਰਣਜੀਤ ਸਿੰਘ ਉਹ ਸ਼ੁੱਕਰ ਚੱਕੀਆ ਮਿਸਲ ਨਾਲ ਸੰਬੰਧ ਰੱਖਦੇ ਸੀ। ਹੁਣ ਤੋਂ ਬਸ ਉਸ ਤੋਂ ਬਾਅਦ ਗੱਲ ਕਰਾਂਗੇ ਅਸੀਂ ਇਹਨਾਂ ਦੇ ਨੇਤਾਵਾਂ ਦੀ, ਵੀ ਕੌਣ ਕੌਣ ਕਿਹੜੀ ਕਿਹੜੀ ਮਿਸਲ ਕਿਹੜੇ ਕਿਹਦੇ ਕੋਲ ਸੀ। ਆਹ ਦੇਖੋ ਚਾਰਟ ਦੇ ਵਿੱਚ ਲਿਖਿਆ ਗਿਆ। ਪਹਿਲੀ ਹੈਗੀ ਕਰੋੜ ਸਿੰਘੀਆ ਮਿਸਲ, ਇਹਦੇ ਜੋ ਸੰਸਥਾਪਕ ਸੀ ਉਹ ਕਰੋੜ ਸਿੰਘ। ਉਸ ਤੋਂ ਬਾਅਦ ਨਿਸ਼ਾਨ ਵਾਲੀ ਆ ਮਿਸਲ ਦਸੌਂਦਾ ਸਿੰਘ, ਅਤੇ ਉਸ ਤੋਂ ਬਾਅਦ ਤੀਜੀ ਆਉਂਦੀ ਆ ਛਾਨੇ ਵਾਲੀ ਮਿਸਲ ਦਸੌਂਦਾ ਸਿੰਘ। ਨਕਈ ਮਿਸਲ ਹੀਰਾ ਸਿੰਘ ਨਕਈ, ਅਤੇ ਉਸ ਤੋਂ ਬਾਅਦ ਆਉਂਦੀ ਆ ਗੁਲਾਬ ਸਿੰਘ ਡੱਲੇ ਵਾਲੀ ਆ ਰਾਮਗੜ੍ਹੀ, ਜੱਸਾ ਸਿੰਘ ਰਾਮਗੜ੍ਹੀ, ਭੰਗੀ ਮਿਸਲ ਹੀਰਾ ਸਿੰਘ, ਨਕਈ ਮਿਸਲ ਜੈ ਸਿੰਘ, ਸ਼ੁੱਕਰ ਚੱਕੀਆ ਮਿਸਲ ਬੁੱਧ ਸਿੰਘ, ਫੂਲਕੀਆਂ ਮਿਸਲ ਚੌਧਰੀ ਫੂਲ ਸਿੰਘ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ, ਇਹ ਤਾਂ ਅਸੀਂ ਮਿਸਲਾਂ ਦੇ ਵਿੱਚ ਦਾ, ਉਸ ਤੋਂ ਬਾਅਦ ਮਿਸਲਾਂ ਤੋਂ ਅੱਗੇ ਅਸੀਂ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਬਾਰੇ। ਮਹਾਰਾਜਾ ਰਣਜੀਤ ਸਿੰਘ ਬਾਰੇ ਗੱਲ ਕਰਾਂਗੇ ਹੁਣ ਅਸੀਂ ਅੱਗੇ। ਜੀਵਨ ਕਾਲ ਸਮਾਂ ਉਹਨਾਂ ਦਾ, ਮਹਾਰਾਜਾ ਰਣਜੀਤ ਸਿੰਘ ਦਾ ਕਾਫੀ ਅਹਿਮ ਸਥਾਨ ਹੈ ਦੂਸਰਿਆਂ ਨਾਲੋਂ। ਮਹਾਰਾਜਾ ਰਣਜੀਤ ਸਿੰਘ ਦਾ ਜਨਮ, ਆਮ ਤੌਰ 'ਤੇ ਇਹਨਾਂ ਨੂੰ ਸ਼ੇਰੇ ਪੰਜਾਬ ਕਿਹਾ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੇ ਨਾਂ ਨਾਲ ਮਸ਼ਹੂਰ ਨੇ ਮਹਾਰਾਜਾ ਰਣਜੀਤ ਸਿੰਘ। ਅਤੇ ਇਹਨਾਂ ਦਾ ਜੋ ਜਨਮ ਕਾਲ ਹੈ, ਉਹਨਾਂ ਦਾ ਜਨਮ 13 ਨਵੰਬਰ 1780 ਨੂੰ ਪਾਕਿਸਤਾਨ ਦੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਸੰਧੇਵਾਲੀਆ ਗੋਤਰ ਦੇ ਜੱਟ ਪਰਿਵਾਰ 'ਚ ਹੋਇਆ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ ਜਨਮ। ਹੁਣ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਬਾਰੇ ਅਤੇ ਉਹਨਾਂ ਦੇ ਦੁਆਰਾ ਪੰਜਾਬ ਦੇ ਉੱਤੇ ਕਿੰਨੀਆਂ ਜਿੱਤਾਂ ਪ੍ਰਾਪਤ ਕੀਤੀਆਂ ਗਈਆਂ, ਉਹਨਾਂ ਦਾ ਕੀ ਫੈਮਿਲੀ ਬੈਕਗਰਾਊਂਡ ਸੀ, ਅਸੀਂ ਉਸ ਚੀਜ਼ ਬਾਰੇ ਸਾਰੀ ਜਾਣਕਾਰੀ ਪੜਾਂਗੇ। ਅਤੇ ਪ੍ਰੀਵੀਅਸ ਈਅਰ ਦੇ ਕੁਐਸਚਨ ਆਏ ਨੇ ਜੋ, ਅਤੇ ਉਹਨਾਂ ਬਾਰੇ ਵੀ ਡਿਸਕਸ ਕਰਾਂਗੇ। ਅਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਫੈਮਿਲੀ ਸੰਧੇਵਾਲੀਆ ਸੰਬੰਧਿਤ ਸੀ। ਇਹਨਾਂ ਦੀ ਫਾਦਰ ਅਤੇ ਮਦਰ, ਪਿਤਾ ਦਾ ਨਾਮ ਸਰਦਾਰ ਮਹਾਂ ਸਿੰਘ, ਸ਼ੁੱਕਰ ਚੱਕੀਆ ਮਿਸਲ, ਅਤੇ ਉਸ ਤੋਂ ਬਾਅਦ ਮਿਸਲ ਇਹ ਸ਼ੁੱਕਰ ਚੱਕੀਆਂ ਨਾਲ ਸੀ। ਇਹਨਾਂ ਦੇ ਦਾਦਾ ਦਾ ਨਾਮ ਬੁੱਧ ਸਿੰਘ ਸੀ, ਅਤੇ ਇਹਨਾਂ ਦੇ ਕੱਖ ਦੀ ਪ੍ਰੋਬਲਮ ਸੀ ਡਿਊ ਟੂ ਸਮਾਲ ਪੌਕਸ ਜਦੋਂ ਇਹ 12 ਸਾਲ ਦੇ ਸੀ, ਅਤੇ ਮਾਤਾ ਨਿਕਲ ਆਉਣ ਕਰਕੇ ਇਹਨਾਂ ਦੀ ਕੱਖ ਦੇ ਵਿੱਚ ਉਹ ਰਹਿ ਗਈ ਸੀ। ਅਤੇ ਮੈਰੀਡ ਮਹਿਤਾਬ ਕੌਰ ਨਾਲ ਹੋਈ ਸੀ। ਮਹਿਤਾਬ ਕੌਰ ਕੌਣ ਸੀ? ਉਹ ਡਾਟਰ ਸੀ ਗੁਰਬਖਸ਼ ਸਿੰਘ ਦੀ, ਅਤੇ ਉਹਦੀ ਮਾਤਾ ਦਾ ਨਾਮ ਸਦਾ ਕੌਰ ਰਣਜੀਤ ਸਿੰਘ ਦੀ ਸੱਸ ਸੀ, ਉਹ ਸੀ ਘਨੱਈਆ ਮਿਸਲ ਨਾਲ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਬੁੱਧ ਸਿੰਘ। ਪਹਿਲਾਂ ਬੁੱਧ ਸਿੰਘ ਸੀ, ਫਿਰ ਨੌਧ ਸਿੰਘ, ਫਿਰ ਚੜਤ ਸਿੰਘ ਆਉਂਦੇ ਨੇ, ਫਿਰ ਮਹਾਂ ਸਿੰਘ, ਫਿਰ ਉਸ ਤੋਂ ਬਾਅਦ ਰਣਜੀਤ ਸਿੰਘ ਆਉਂਦੇ ਨੇ। ਮਹਾਂ ਸਿੰਘ ਉਹਦੇ ਪਿਓ ਦਾ ਨਾਂ ਸੀ। ਅਤੇ ਉਸ ਤੋਂ ਬਾਅਦ 1796 ਦੇ ਵਿੱਚ ਉਹਨਾਂ ਦਾ ਵਿਆਹ ਹੁੰਦਾ, ਜਿਹੜਾ ਘਨੱਈਆ ਮਿਸਲ ਦੇ ਗੁਰਬਖਸ਼ ਸਿੰਘ ਅਤੇ ਸੱਸ ਅਤੇ ਸਦਾ ਕੌਰ ਦੀ ਸਪੁੱਤਰੀ ਮਹਿਤਾਬ ਕੌਰ ਨਾਲ ਹੁੰਦਾ। ਅਤੇ ਜਿਹੜਾ ਉਹਨਾਂ ਦਾ ਮੇਨ ਪਾਲਣ ਪੋਸ਼ਣ ਸੀ ਰਣਜੀਤ ਸਿੰਘ ਦਾ, ਉਹਦੀ ਸੱਸ ਸਦਾ ਕੌਰ ਨੇ ਕੀਤਾ ਸੀ। ਅਤੇ ਉਹ ਕਾਫੀ ਜ਼ਿਆਦਾ, ਉਹਨੂੰ ਰਾਜਨੀਤਿਕ ਸੂਝ-ਬੂਝ ਬਹੁਤ ਜ਼ਿਆਦਾ ਸੀ, ਇਸ ਲਈ ਰਣਜੀਤ ਸਿੰਘ ਤੋਂ ਕਾਫੀ ਪ੍ਰਭਾਵਿਤ ਸੀ। ਉਹਨਾਂ ਦੇ ਦੱਸਣ 'ਤੇ ਰਣਜੀਤ ਸਿੰਘ ਨੇ ਜਿਹੜੇ ਅਲਾਇੰਸ ਕੀਤੇ ਨੇ ਆਪ ਤੋਂ ਦੂਸਰੀਆਂ ਮਿਸਲਾਂ ਦੇ ਨਾਲ, ਕਿਵੇਂ ਵਿਆਹ ਕਰਕੇ ਕਿਸੇ ਮਿਸਲ ਦੇ ਸਰਦਾਰ ਨਾਲ ਪੱਗ ਬਟਾ ਕੇ ਉਹਨੂੰ ਭਰਾ ਬਣਾ ਕੇ ਕਿਵੇਂ ਨਾ ਕਿਵੇਂ ਉਹਨੇ ਰਾਜਨੀਤਿਕ ਸੂਝ-ਬੂਝ ਨਾਲ ਪੂਰੇ ਪੰਜਾਬ ਦੇ ਉੱਪਰ ਕਿੱਦਾਂ ਕਬਜ਼ਾ ਕੀਤਾ। ਬਹੁਤ ਵਧੀਆ ਤਰੀਕੇ ਨਾਲ, ਉਹ ਇੱਕ ਬਹੁਤ ਉੱਚ ਨੇਤਾ ਸੀ ਮਹਾਰਾਜਾ ਰਣਜੀਤ ਸਿੰਘ। 1798 ਦੇ ਵਿੱਚ ਉਹਨਾਂ ਨੇ ਪੰਜਾਬ ਦੀ ਜਿਹੜੀ ਰਾਜਨੀਤਿਕ ਸੀ ਗੁੰਝਲਦਾਰ ਸੀ, ਸਿੱਖ ਸੀ ਜਿਹੜੇ ਮਿਸਲਾਂ ਦੇ ਵਿੱਚ ਵੰਡੇ ਗਏ ਸੀ, ਜਿਵੇਂ ਭੰਗੀ, ਘਨੱਈਆ, ਨਕਈ, ਆਹਲੂਵਾਲੀਆ। ਅਤੇ ਫਿਰ ਉਹਨਾਂ ਨੇ ਸੱਸ ਦੇ ਕਹਿਣ ਦੇ ਉੱਤੇ 12 ਮਿਸਲਾਂ ਨੂੰ ਹੌਲੀ ਹੌਲੀ ਆਪਣੇ ਅਧੀਨ ਕਰ ਲਿਆ, ਅਤੇ 12 ਅਪ੍ਰੈਲ 1801 ਨੂੰ ਉਹਨੇ ਆਪਣੇ ਆਪ ਨੂੰ ਮਹਾਰਾਜਾ ਘੋਸ਼ਿਤ ਕਰ ਦਿੱਤਾ। ਹੁਣ ਕਿਹੜੇ ਸਾਲ ਇਹਨਾਂ ਨੇ ਆਪਣੇ ਆਪ ਨੂੰ ਮਹਾਰਾਜਾ ਘੋਸ਼ਿਤ ਕੀਤਾ? ਇਹ ਸਾਲ ਕਾਫੀ ਇੰਪੋਰਟੈਂਟ ਹੈ। 12 ਅਪ੍ਰੈਲ 1801 ਨੂੰ ਇਹਨਾਂ ਨੇ ਆਪਣੇ ਆਪ ਨੂੰ ਮਹਾਰਾਜਾ ਤੋਂ ਘੋਸ਼ਿਤ ਕੀਤਾ। ਇਸ ਤੋਂ ਬਾਅਦ ਫਿਰ ਇਹਨਾਂ ਨੇ ਕਿਹੜੇ ਜਗ੍ਹਾ 'ਤੇ ਜਿੱਤ ਪ੍ਰਾਪਤ ਕੀਤੀ? ਸਿੱਖ ਅੰਪਾਇਰ ਇਹਨਾਂ ਦਾ 1799 ਤੋਂ 1849 ਤੱਕ ਰਿਹਾ। ਆਹ ਜਿਹੜੀ ਮੈਪ ਦੇ ਵਿੱਚ, ਨਕਸ਼ੇ ਦੇ ਵਿੱਚ ਜਗ੍ਹਾ ਬਣੀ ਹੋਈ ਹੈ, ਇਹ ਇੱਦਾਂ ਦੀ ਰਾਜ ਸਮਾਂ ਇਹਨਾਂ ਦਾ ਸੀ। ਪਹਿਲੀ ਜਿੱਤ ਲਾਹੌਰ ਦੀ ਜਿੱਤ ਇਹਨਾਂ ਨੇ ਕੀਤੀ 1799 ਦੇ ਵਿੱਚ। ਕਿਹੜਾ ਪ੍ਰਦੇਸ਼ ਜਿੱਤਿਆ? ਲਾਹੌਰ। ਉੱਥੇ ਜਿਹੜੇ ਸ਼ਾਸਕ ਸੀ ਕਬਜ਼ਾ ਕੀਤਾ ਉਹ ਭੰਗੀ ਸਰਦਾਰ ਸੀ। ਅਤੇ ਉਸ ਤੋਂ ਬਾਅਦ ਇਹਨਾਂ ਦੀ ਜਿੱਤ ਆਉਂਦੀ ਹੈ ਅੰਮ੍ਰਿਤਸਰ। ਅਤੇ 1705 ਦੇ ਵਿੱਚ, 1805 'ਚ ਅੰਮ੍ਰਿਤਸਰ, ਉੱਥੇ ਸੀ ਮਾਈ ਸੁੱਖਾਂ। ਗੁਲਾਬ ਸਿੰਘ ਭੰਗੀ ਦੀ ਵਿਧਵਾ ਸੀ ਇਹ ਮਾਈ ਸੁੱਖਾਂ। ਇੱਥੇ ਇੱਕ ਹੋਰ ਗੱਲ ਆਉਂਦੀ ਹੈ, ਪੰਜਾਬ ਦੇ ਇਤਿਹਾਸ ਨੂੰ ਕਾਫੀ ਡੂੰਘਾ ਤੁਸੀਂ ਪੜ੍ਹੋਗੇ, ਜ਼ਿਆਦਾ ਡੂੰਘਾਈ ਦੇ ਵਿੱਚ ਪੜ੍ਹੋਗੇ, ਪਰ ਆਪਾਂ ਨੂੰ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਨਹੀਂ ਪੁੱਛ ਸਕਦੇ। ਪਰ ਇੱਕ ਪੇਪਰ ਦੇ ਵਿੱਚ ਕੁਐਸਚਨ ਆਇਆ ਸੀ ਜਮਜਮਾ ਤੋਪ ਹੈ ਕੀ? ਉਹ ਕਿਹਨੂੰ ਕਹਿੰਦੇ ਨੇ? ਇਹੀ ਗੱਲ ਆ ਵੀ ਜਿਹੜੀ ਅੰਮ੍ਰਿਤਸਰ 1805 ਈਸਵੀ ਦੇ ਵਿੱਚ ਰਣਜੀਤ ਸਿੰਘ ਨੇ ਜਿੱਤੀ ਸੀ ਮਾਈ ਸੁੱਖਾਂ ਤੋਂ, ਜਮਜਮਾ ਤੋਪ ਸੀ ਉਹ, ਇੱਕ ਜਮਜਮਾ।
ਮਾਈ ਸੁੱਖਾਂ ਤੋਂ ਲੈਤੀ ਸੀ ਉਹਨਾਂ ਨੇ। ਗੁਲਾਬ ਸਿੰਘ ਭੰਗੀ ਦੀ ਉਹ ਵਿਧਵਾ ਸੀ। ਉਸ ਤੋਂ ਬਾਅਦ ਇਹਨਾਂ ਨੇ ਕਸੂਰ ਦੀ ਜਿੱਤ ਪ੍ਰਾਪਤ ਕੀਤੀ 1807 ਦੇ ਵਿੱਚ। ਕਸੂਰ ਕੁਤਬ ਉਦੀਨ ਉੱਥੇ ਸ਼ਾਸਕ ਸੀ। ਉਸ ਤੋਂ ਬਾਅਦ ਝੰਗ ਦੀ ਜਿੱਤ ਜਿੱਤਦੇ ਨੇ ਇਹ ਲੜਾਈ ਕਰਕੇ 1807 ਦੇ ਵਿੱਚ। ਝੰਗ ਅਹਿਮਦ ਖਾਨ ਸੀ। ਫਿਰ ਸਿਆਲਕੋਟ ਦੀ ਜਿੱਤ 1808 ਦੇ ਵਿੱਚ ਜੀਵਨ ਸਿੰਘ। ਕਾਂਗੜੇ ਦੀ ਜਿੱਤ 1809 ਕਾਂਗੜਾ, ਉੱਥੇ ਸੀ ਰਾਜਾ ਸੰਸਾਰ ਚੰਦ ਕਟੋਚ। ਕਾਂਗੜੇ ਦਾ ਰਾਜਾ ਸੰਸਾਰ ਚੰਦ ਕਟੋਚ, ਉੱਥੇ 1809 ਜਿੱਤ ਕੀਤੀ ਇਹਨਾਂ ਨੇ। ਫਿਰ ਅਟਕ ਦੀ ਜਿੱਤ 1813 ਦੇ ਵਿੱਚ ਜਹਾਨਦ ਖਾਨ। ਫਿਰ ਮੁਲਤਾਨ ਦੀ ਜਿੱਤ 1818 ਮੁਜ਼ੱਫਰ ਖਾਨ। ਫਿਰ ਕਸ਼ਮੀਰ ਦੀ ਜਿੱਤ 1819 'ਚ ਪ੍ਰਾਪਤ ਕਰਦੇ ਨੇ ਜ਼ਬਰ ਖਾਨ ਤੋਂ। ਫਿਰ ਪਿਸ਼ਾਵਰ ਦੀ ਜਿੱਤ 1834 ਦੇ ਵਿੱਚ ਪਿਸ਼ਾਵਰ ਦੀ ਜਗ੍ਹਾ 'ਤੇ। ਇਹਨਾਂ ਸਾਰੀਆਂ ਜਿੱਤਾਂ ਤੋਂ ਮਹਾਰਾਜਾ ਦੀ ਛੋਟੀ ਮਿਸਲ ਤੋਂ ਇੱਕ ਬਹੁਤ ਵੱਡਾ ਰਾਜ ਬਣਾ ਦਿੰਦੇ ਨੇ। ਇਹਨਾਂ ਦਾ ਰਾਜ ਸੀ ਜਿਹੜਾ ਉੱਤਰ 'ਚ ਲਦਾਖ ਤੋਂ ਲੈ ਕੇ ਦੱਖਣ 'ਚ ਸ਼ਿਖਰਪੁਰ ਤੱਕ, ਉੱਤਰ ਪੱਛਮ 'ਚ ਜਮਰੂਦ ਤੋਂ ਪੂਰਬ ਤੱਕ ਸਤਲੁਜ ਤੱਕ ਫੈਲਿਆ ਹੋਇਆ ਸੀ। ਪਰ ਜਿਹੜਾ 1809 'ਚ ਹੋਈ ਅੰਮ੍ਰਿਤਸਰ ਦੀ ਸੰਧੀ ਨੇ ਪੂਰਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕਦਮ ਰੋਕੀ ਰੱਖੇ, ਕਿਉਂਕਿ ਉਹਨਾਂ ਨੇ ਉੱਥੇ ਸੰਧੀ ਕੀਤੀ ਹੋਈ ਸੀ 1809 ਦੇ ਵਿੱਚ। ਅਤੇ 1838 ਦੇ ਇਹਨਾਂ ਦੇ ਵਿੱਚ ਤ੍ਰਿਪੱਖੀ ਸੰਧੀ ਹੋਈ ਸੀ, ਜਿਹਨੂੰ ਤ੍ਰਿਪੱਖੀ ਸੰਧੀ ਦੇ ਨਾਮ ਨਾਲ ਕਿਹਾ ਜਾਂਦਾ ਹੈ। ਅਤੇ ਇਹਨਾਂ ਨੇ ਫੈਸਲਾ ਕੀਤਾ ਸੀ ਕਿ ਜਿਹੜੇ ਸਾਧ ਸੁਝਾਅ ਨੂੰ ਅੰਗਰੇਜ਼ਾਂ ਦੇ ਨਾਲ ਸਿੱਖ ਫੌਜ ਦੀ ਮਦਦ ਨਾਲ ਕਾਬਲ ਦਾ ਰਾਜਾ ਬਣਾਇਆ ਜਾਵੇਗਾ। ਸਾਧ ਸੁਝਾਅ ਨੂੰ ਹੁਣ ਅੱਗੇ ਲਾਲਚ ਦਿੱਤਾ ਵੀ ਤੁਹਾਨੂੰ ਰਾਜਾ ਬਣਾਵਾਂਗੇ। ਉਹ ਮਹਾਰਾਜਾ ਰਣਜੀਤ ਸਿੰਘ ਦਾ ਸੀ। ਉਹ ਇੱਕ ਉਹਨਾਂ ਨੂੰ ਸਮਰਪਿਤ ਸਿੱਖ ਸੀਗਾ, ਜਿਹਦੀ ਪਿੱਛੇ ਮੈਂ ਗੱਲ ਕਰ ਚੁੱਕਿਆ, ਅਤੇ ਉਹ ਆਪਣੇ ਆਪ ਨੂੰ ਗੁਰੂ ਦਾ ਸੇਵਕ ਸਮਝਦਾ ਸੀ। ਅਤੇ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਆਮ ਤੌਰ 'ਤੇ ਉਹ ਚਿੱਟੇ ਰੰਗ ਦੀ ਪੋਸ਼ਾਕ ਹੀ ਪਾਇਆ ਕਰਦੇ ਸਨ। ਉਹ ਕੋਈ ਮੁਕਟ ਨਹੀਂ ਸੀ ਧਾਰਨ ਕਰਦੇ ਅਤੇ ਨਾ ਕੋਈ ਗਹਿਣਾ ਪਾਉਂਦੇ ਸੀ। ਉਹ ਕੇਵਲ ਇੱਕ ਮੋਤੀਆਂ ਦੀ ਮਾਲਾ ਪਾਉਂਦੇ ਸੀ। ਆਪਣੀ ਕਮਰ ਦੇ ਆਲੇ ਦੁਆਲੇ ਉਹ ਇੱਕ ਹੀਰਿਆਂ ਦਾ ਹਾਰ ਅਤੇ ਬਾਂਹ ਦੇ ਵਿੱਚ ਕੋਹੀਨੂਰ ਬਾਂਹ ਧਾਰਨ ਕਰਦੇ ਸੀ। ਮਹਾਰਾਜਾ ਰਣਜੀਤ ਸਿੰਘ ਉਸ ਸਮੇਂ ਸਭ ਤੋਂ ਜ਼ਿਆਦਾ ਹੋਣਹਾਰ ਭਾਰਤੀ ਨੇਤਾ ਦੇ ਵਿੱਚੋਂ ਇੱਕ ਸੀ। ਉਹ ਜਿਹੜੇ ਸੀਗੇ ਉਹ ਯਾਦ ਵਿਚਾਰਾਂ ਅਤੇ ਲੰਮੀ ਸੋਚ ਦੇ ਮਾਲਕ ਸੀ। ਉਹਨਾਂ ਨੂੰ ਅੱਜ ਵੀ ਇੱਕ ਸੰਗਠਿਤ ਰਾਜਾ ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ। ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਗੱਲ ਕਰ ਲਈ ਤਾਂ ਉੱਥੇ ਇੱਕ ਲਗਾਨ ਦਾ ਜਿਹੜਾ 1/3 ਮਤਲਬ 1/3 ਹਿੱਸਾ ਉਹ ਸੈਨਾ 'ਤੇ ਖਰਚ ਕੀਤਾ ਜਾਂਦਾ ਸੀ। 1822 ਦੇ ਵਿੱਚ ਉਹਨਾਂ ਨੇ ਆਪਣੀ ਸੈਨਾ ਨੂੰ ਯੂਰਪੀਨ ਢੰਗ ਦੇ ਨਾਲ ਨਵੀਨੀਕਰਨ ਦਾ ਫੈਸਲਾ ਕੀਤਾ। ਇੱਕ ਕੁਐਸਚਨ ਆਇਆ ਸੀ ਪਿੱਛੇ ਜੇ ਵੀ ਉਹਨਾਂ ਦੇ ਵਿੱਚ ਕਿਹੜੇ ਅੰਗਰੇਜ਼ 2 ਆਫੀਸਰ ਸੀ, ਵੈਂਚੂਰ ਅਤੇ ਅਲਾਰਡ, ਉਹਨਾਂ ਦੀ ਅਸੀਂ ਅੱਗੇ ਗੱਲ ਕਰਾਂਗੇ। ਅਤੇ ਉਹਨਾਂ ਨੇ ਆਪਣੀ ਜਦੋਂ ਸੈਨਾ ਨੂੰ ਨਵੀਨੀਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਦੀ ਜਿਹੜੀ ਨੈਪੋਲੀਅਨ ਦੂਸਰੀ ਸਾਈਡ ਨੈਪੋਲੀਅਨ ਸੀ ਜਿਹੜਾ, ਉਹਨਾਂ ਦੀ ਸੈਨਾ ਨੂੰ ਖਤਮ ਕਰਨ ਤੋਂ ਬਾਅਦ ਉਹਨਾਂ ਦੇ ਵਿੱਚ 2 ਅਫਸਰ ਸੀ। ਉਹਨਾਂ ਦਾ ਅਫਸਰਾਂ ਦੇ ਨਾਂ ਦੱਸਦਾ ਹੈ, ਬੈਪਟਾਈਜ਼ ਵੈਂਚੂਰਾ ਇੱਕ, ਅਤੇ ਦੂਸਰਾ ਸੀ ਜੀਨ ਵੈਕਟੋਰਾਈਜ਼ ਅਲਾਰਡ। ਵੈਂਚੂਰਾ ਅਤੇ ਅਲਾਰਡ ਉਹਨੂੰ ਆਪਣੀ ਸੈਨਾ ਨੂੰ ਸਿਖਲਾਈ ਦੇਣ ਵਾਸਤੇ ਉਹਨਾਂ ਨੂੰ ਨਿਯੁਕਤ ਕੀਤਾ ਅਤੇ ਫਿਰ ਉਹਨੂੰ ਅੱਗੇ 2 ਭਾਗਾਂ 'ਚ ਵੰਡਦੇ ਨੇ। ਫੌਜ ਖਾਸ ਦੇ ਵਿੱਚ ਇੱਕ ਘੋੜਸਵਾਰ ਦਾ ਮੁਖੀ ਬਣਾਉਂਦੇ ਨੇ ਅਤੇ ਫਿਰ ਦੂਸਰਾ ਤੋਪਖਾਨੇ ਦੇ ਜਿਹੜੇ ਕੰਮ ਕਰਦੇ ਨੇ। ਉਹਨੂੰ ਜਿਹੜੇ ਸ਼ਾਸਨ ਪ੍ਰਬੰਧ ਨੂੰ ਰਵਾਇਤੀ ਤਰੀਕੇ ਨਾਲ ਚਲਾਉਣ ਦੇ ਲਈ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਮਿਲਟਰੀ ਨੂੰ ਡਿਸਿਪਲਿਨ ਦੇ ਵਿੱਚ ਰੱਖਣ ਦੇ ਲਈ ਇਹਨਾਂ ਦੀ ਚੋਣ ਕੀਤੀ ਸੀ। ਉਸ ਸਮੇਂ ਦੇ ਵਿੱਚ ਉਹ ਕਿਸੇ ਨੂੰ ਸਰੀਰਕ ਸਜ਼ਾ ਨਹੀਂ ਸੀ ਦਿੰਦੇ। ਉਹਨਾਂ ਦੀ ਕਚਹਿਰੀ ਦੇ ਵਿੱਚ ਹਿੰਦੂ, ਮੁਸਲਮਾਨ, ਫਰਾਂਸੀਸੀ ਅਫਸਰਾਂ ਦੀ ਭੀੜ ਲੱਗੀ ਹੋਈ ਰਹਿੰਦੀ ਸੀ। ਜਿੱਥੇ ਰਾਜ ਧਰਮ ਨਿਰਪੇਖ ਹੋਣ ਦਾ ਆਪਾਂ ਨੂੰ ਗਿਆਨ ਮਿਲਦਾ। ਫਕੀਰ ਇੱਕ ਦਾ ਨਾਮ ਆਉਂਦਾ, ਫਕੀਰ ਅਜੀਜ਼ ਉਦੀਨ, ਉਹ ਮੁਸਲਮਾਨ ਸੀ। ਉਹ ਉਹਨਾਂ ਦੇ ਵਿਦੇਸ਼ ਮੰਤਰੀ ਸੀ। ਅਤੇ ਜਿਹੜੇ ਉਹਨਾਂ ਦੇ ਫਾਈਨਾਂਸ ਮਿਨਿਸਟਰ ਸੀ ਉਹ ਸੀ ਦੀਨਾਨਾਥ, ਬ੍ਰਾਹਮਣ ਸੀਗੇ ਉਹ। ਇੱਥੇ ਆਉਂਦਾ ਹੂ ਇਜ਼ ਦਾ ਫਾਈਨਾਂਸ ਮਿਨਿਸਟਰ ਆਫ ਮਹਾਰਾਜਾ ਰਣਜੀਤ ਸਿੰਘ, ਤਾਂ ਉਹਨਾਂ ਦਾ ਨਾਮ ਆ ਦੀਨਾਨਾਥ। ਅਤੇ ਉਹਨਾਂ ਦਾ ਜਿਹੜਾ ਪ੍ਰਧਾਨ ਮੰਤਰੀ ਆ PMC ਉਹ ਸੀ ਧਿਆਨ ਸਿੰਘ ਡੋਗਰਾ ਜਾਤੀ ਸੀ ਉਹਦੀ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਮੌਤ ਤੋਂ ਬਾਅਦ ਕੀ ਹੁੰਦਾ, ਉਹਨਾਂ ਦੇ ਵਾਰਸ ਪਹਿਲਾਂ ਆਉਂਦਾ ਖੜਗ ਸਿੰਘ, ਉਹਦਾ ਅੱਗੇ ਪੁੱਤਰ ਆਉਂਦਾ ਨੌਨਿਹਾਲ, ਫਿਰ ਆਉਂਦਾ ਸ਼ੇਰ ਸਿੰਘ, ਤਾਰਾ ਸਿੰਘ ਆਉਂਦਾ, ਫਿਰ ਮੁਲਤਾਨਾ ਸਿੰਘ, ਫਿਰ ਕਸ਼ਮੀਰਾ ਸਿੰਘ, ਫਿਰ ਪਿਸ਼ੌਰਾ ਸਿੰਘ, ਫਿਰ ਦਲੀਪ ਸਿੰਘ, ਲਾਸਟ 'ਤੇ ਆਉਂਦਾ ਦਲੀਪ ਸਿੰਘ। ਪਹਿਲਾਂ ਖੜਗ ਸਿੰਘ ਆਉਂਦਾ, ਖੜਗ ਸਿੰਘ ਦੀ ਵਾਈਫ ਚੰਦ ਕੌਰ। ਖੜਗ ਸਿੰਘ ਜਿਹੜਾ ਆਉਂਦਾ ਉਹ 1801 ਤੋਂ 1840 ਤੱਕ ਰਹਿੰਦਾ। 1839 ਅੱਗੇ ਗੱਲ ਕਰਦੇ ਹਾਂ ਅਸੀਂ। ਆਹ ਦੇਖੋ ਮੈਪ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖਿਆ, ਫਾਊਂਡਰ ਆਫ ਦਾ ਸਿੱਖ ਐਮਪਾਇਰ। ਇਹ ਤੁਹਾਨੂੰ ਸਾਰੀ ਜਾਣਕਾਰੀ ਦੱਸ ਚੁੱਕਿਆ। ਆ ਉਹਨਾਂ ਦਾ ਏਰੀਆ ਮੈਪ ਦੇ ਵਿੱਚ ਕਸ਼ਮੀਰ, ਲਾਹੌਰ, ਅੰਮ੍ਰਿਤਸਰ, ਮੁਲਤਾਨ, ਪਿਸ਼ਾਵਰ, ਇੱਥੇ ਤੱਕ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਉਹਨਾਂ ਨੇ ਸਿੱਕੇ ਜਾਰੀ ਕੀਤੇ ਸੀ, ਨਾਨਕਸ਼ਾਹੀ। ਆਹ ਤਸਵੀਰ ਦੇ ਵਿੱਚ ਦਿਖਾਏ ਗਏ ਨੇ ਸਿੱਕੇ, ਉਹ ਜਾਰੀ ਕੀਤੇ ਸੀ। ਅਤੇ ਅੱਗੇ ਗੱਲ ਕਰ ਰਹੇ ਸੀ ਅਸੀਂ ਖੜਗ ਸਿੰਘ ਅਤੇ ਨੌਨਿਹਾਲ ਦੀ।
ਨੌਨਿਹਾਲ, ਕੁੰਵਰ ਨੌਨਿਹਾਲ, ਅਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਜਾਂਦੀ 1839 ਦੇ ਵਿੱਚ। 1839 ਦੇ ਵਿੱਚ ਕੀ ਹੁੰਦਾ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਣ ਤੋਂ ਬਾਅਦ ਉਹਦਾ ਵੱਡਾ ਪੁੱਤਰ ਆਉਂਦਾ ਖੜਗ ਸਿੰਘ, ਉਹ ਰਾਜਗੱਦੀ 'ਤੇ ਬਹਿੰਦਾ। ਰਾਜਗੱਦੀ 'ਤੇ ਬੈਠਣ ਦੇ ਲਈ ਉਸ ਨੂੰ ਉਹਦੇ ਛੋਟੇ ਭਰਾ ਸ਼ੇਰ ਸਿੰਘ ਦਾ ਵਿਰੋਧ ਵੀ ਕਰਨਾ ਸਹਿਣਾ ਪੈਂਦਾ। ਉਹਦਾ ਭਰਾ ਲੜਦਾ ਖੜਗ ਸਿੰਘ ਦਾ, ਖੜਗ ਸਿੰਘ ਜੋ ਆਪ ਸੀ ਉਹ ਖੁਦ ਇੱਕ ਕਮਜ਼ੋਰ ਹੀ ਸ਼ਾਸਕ ਸੀ, ਕੋਈ ਬਾਹਲਾ ਵਧੀਆ ਨਹੀਂ। ਉਹਦੀ ਪਤਨੀ ਸੀ ਚੰਦ ਕੌਰ। ਅਤੇ ਉਸ ਤੋਂ ਬਾਅਦ ਅੰਤ ਦੇ ਵਿੱਚ ਖੜਗ ਸਿੰਘ ਦੇ ਜਿਹੜੇ ਪੁੱਤਰ ਆਉਂਦੇ ਨੇ ਨੌਨਿਹਾਲ, ਕੁੰਵਰ ਨੌਨਿਹਾਲ ਦਾ ਤੁਸੀਂ ਕਾਫੀ ਜ਼ਿਕਰ ਸੁਣਿਆ ਹੋਣਾ ਹਿਸਟਰੀ ਦੇ ਵਿੱਚ। ਨੌਨਿਹਾਲ ਨੇ ਧਿਆਨ ਸਿੰਘ ਦੇ ਬੰਦੇ ਨੂੰ ਇੱਕ ਨਾਲ ਲੈ ਕੇ ਨਾ ਚੇਤ ਸਿੰਘ ਦਾ ਕਤਲ ਕਰਤਾ। ਧਿਆਨ ਸਿੰਘ ਨੇ ਨੌਨਿਹਾਲ ਨੂੰ ਰਾਜਗੱਦੀ 'ਤੇ ਬਿਠਾਤਾ। ਫਿਰ ਖੜਗ ਸਿੰਘ ਨੂੰ ਰਾਜਨੀਤੀ ਤੋਂ ਸੰਨਿਆਸ ਲੈਣਾ ਪਿਆ। ਨਵੰਬਰ 1840 'ਚ ਉਹਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਆਉਂਦਾ ਨੌਨਿਹਾਲ। ਨੌਨਿਹਾਲ 1821 ਤੋਂ 1840 ਤੱਕ ਬੈਠਦਾ। ਖੜਗ ਸਿੰਘ, ਚੰਦ ਕੌਰ ਦੇ ਪੁੱਤਰ ਨੌਨਿਹਾਲ ਦਾ ਵਿਆਹ ਹੁੰਦਾ ਸ਼ਾਮ ਸਿੰਘ ਟਾਰੀਵਾਲਾ ਦੀ ਸਪੁੱਤਰੀ ਦੇ ਨਾਲ। ਹੁਣ ਸ਼ਾਮ ਸਿੰਘ ਟਾਰੀਵਾਲਾ ਦੀ ਪੁੱਤਰੀ ਨਾਲ ਉਹਦਾ ਵਿਆਹ ਹੁੰਦਾ, ਅਤੇ ਜਦੋਂ ਉਹ ਰਾਜਗੱਦੀ 'ਤੇ ਬਹਿੰਦਾ ਉਦੋਂ 19 ਸਾਲ ਦੀ ਉਹਦੀ ਉਮਰ ਸੀ। ਉਹ ਕਾਫੀ ਕਾਬਲ ਸ਼ਾਸਕ ਮੰਨਿਆ ਜਾਂਦਾ। ਉਹਦੇ ਰਾਜ ਵਿਚਲੀ ਕਾਨੂੰਨੀ ਵਿਵਸਥਾ ਨੂੰ ਥੋੜ੍ਹਾ ਬਹੁਤ ਸੁਧਾਰ ਵੀ ਕੀਤੇ। ਉਹਨੂੰ ਕੁਸ਼ਲ ਪ੍ਰਬੰਧ ਦੇ ਸਭ ਗੁਣ ਉਹਦੇ 'ਚ ਥੋੜ੍ਹੇ ਬਹੁਤ ਮੌਜੂਦ ਸੀ। ਪਰ ਬਦਕਿਸਮਤੀ ਇਹ ਹੋਈ ਕਿ ਉਹਦੀ ਮੌਤ ਛੇਤੀ ਹੋ ਜਾਂਦੀ ਹੈ। ਮੌਤ ਹੋਣ ਦਾ ਕਾਰਨ ਕੀ ਬਣਦਾ ਕਿ 5 ਨਵੰਬਰ 1840 ਨੂੰ ਉਹ ਆਪਣੇ ਪਿਤਾ ਖੜਗ ਸਿੰਘ ਦੀਆਂ ਜਿਹੜੀਆਂ ਅੰਤਿਮ ਰਸਮਾਂ ਨੇ ਉਹਨੂੰ ਪੂਰੀਆਂ ਕਰ ਰਿਹਾ ਸੀ। ਤਾਂ ਜਿਹੜੇ ਹਜੂਰੀ ਬਾਗ ਆ ਉਹਦੇ ਦਰਵਾਜ਼ੇ 'ਤੇ ਇੱਕ ਵੱਡੀ ਚੁਗਾਠ ਲੱਗੀ ਹੋਈ ਸੀ, ਉਹ ਉਹਦੇ 'ਤੇ ਗਿਰ ਜਾਂਦੀ ਆ, ਕੇ ਉੱਪਰ ਡਿੱਗ ਜਾਂਦੀ ਆ, ਉਹਦੀ ਮੌਤ ਹੋ ਜਾਂਦੀ ਆ। ਅਤੇ ਉਸ ਤੋਂ ਬਾਅਦ ਚੰਦ ਕੌਰ ਆਉਂਦੀ ਆ 1802 ਤੋਂ 1842 ਤੱਕ। ਆਪਣੇ ਪਤੀ ਖੜਗ ਸਿੰਘ ਦੀ 1840 'ਚ ਪੁੱਤਰ ਨੌਨਿਹਾਲ ਦੀ ਮੌਤ ਤੋਂ ਬਾਅਦ ਚੰਦ ਕੌਰ ਨੇ ਰਾਜਗੱਦੀ 'ਤੇ ਆਪਣਾ ਹੱਕ ਜਤਾਉਂਦੀ ਆ। ਉਹਨੇ ਮਹਾਰਾਜਾ ਰਣਜੀਤ ਸਿੰਘ ਦੇ ਛੋਟੇ ਪੁੱਤਰ ਸ਼ੇਰ ਸਿੰਘ ਨੂੰ ਲਲਕਾਰਿਆ, ਕਹਿੰਦੀ ਤੂੰ ਮੇਰੇ ਨਾਲ ਲੜ, ਅਤੇ ਆਪਣੀ ਨੂੰਹ ਸਾਹਿਬ ਕੌਰ ਜਿਹੜੀ ਉਸ ਸਮੇਂ ਗਰਭਵਤੀ ਸੀ, ਅਣਜੰਮੇ ਵਾਰਸ ਦੇ ਪੱਖ 'ਚ ਆਪਣਾ ਸ਼ਾਸਨ ਚਲਾਉਣ ਦੀ ਗੱਲ ਸਾਰਿਆਂ ਨੂੰ ਦੱਸਦੀ ਹੈ, ਮੈਂ ਸ਼ਾਸਨ ਕਰੂੰਗੀ। ਹੁਣ ਧਿਆਨ ਸਿੰਘ ਵਿਦਰੋਹ ਨੂੰ ਦਬਾਉਣ ਦੇ ਵਿੱਚ ਕਾਮਯਾਬ ਹੋ ਜਾਂਦਾ, ਧਿਆਨ ਸਿੰਘ। ਅਤੇ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਕਾਫੀ ਲੜਾਈ ਚੱਲਦੀ ਰਹਿੰਦੀ ਆ। ਸ਼ੇਰ ਸਿੰਘ ਨੂੰ ਫਿਰ ਰਾਜ ਮੰਡਲ ਦਾ ਮੁਖੀ ਨਿਯੁਕਤ ਕਰ ਦਿੰਦੇ ਆ। ਫਿਰ ਇਕਰਾਰਨਾਮਾ ਹੁੰਦਾ, ਫਿਰ ਜ਼ਿਆਦਾ ਦੇਰ ਤੱਕ ਉਹ ਚੱਲਦੀ ਨਹੀਂ ਲੜਾਈ। ਫਿਰ ਉਸ ਤੋਂ ਬਾਅਦ ਤਾਰਾ ਸਿੰਘ ਆਉਂਦਾ, ਫਿਰ ਮੁਲਤਾਨਾ ਸਿੰਘ, ਫਿਰ ਕਸ਼ਮੀਰਾ ਆਉਂਦਾ ਮੁੰਡਾ, ਫਿਰ ਪਿਸ਼ੌਰਾ। ਫਿਰ ਲਾਸਟ ਦੇ ਵਿੱਚ ਕੀ ਹੁੰਦਾ, ਸ਼ੇਰ ਸਿੰਘ ਸੀ ਜਿਹੜਾ ਇਹ ਸੈਕਿੰਡ ਇਹ ਤਾਂ ਦਲੀਪ ਸਿੰਘ ਤੋਂ ਪਹਿਲਾਂ ਆਉਂਦਾ ਸ਼ੇਰ ਸਿੰਘ 1807 ਤੋਂ 1843 ਦੇ ਵਿੱਚ। ਉਹਨੂੰ ਵੀ ਇਹ ਜਲਦੀ ਉਹ ਤੋਂ ਸੱਤਾ ਸੰਭਲਦੀ ਨਹੀਂ। ਅਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਬਾਅਦ ਜਿਹੜਾ ਲਾਸਟ ਰੂਲਰ ਹੈ ਪੰਜਾਬ ਦਾ ਉਹ ਦਲੀਪ ਸਿੰਘ ਸੀ। 1838 ਤੋਂ 1893 ਤੱਕ ਹੀ ਬੈਠਦਾ ਗਾ। ਅਤੇ ਦਲੀਪ ਸਿੰਘ ਪੰਜਾਬ ਦਾ ਆਖਰੀ ਰਾਜਾ ਸੀ। ਉਹ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਹੀ ਸੀ। ਉਸ ਦੀ ਮੌਤ ਤੋਂ ਬਾਅਦ ਪੰਜਾਬ ਦਾ ਰਾਜਾ ਬਣਿਆ ਹੀਰਾ ਸਿੰਘ ਡੋਗਰਾ ਸੀ। ਉਹ ਮੁੱਖ ਮੰਤਰੀ ਬਣਾਇਆ ਸੀ ਉਸ ਟਾਈਮ ਜਦੋਂ ਮਹਾਰਾਜਾ ਬਣਿਆ। ਉਹ ਦਲੀਪ ਸਿੰਘ, ਉਹਦੀ ਉਮਰ 5 ਸਾਲ ਦੀ ਸੀ। ਉਸ ਦੀ ਮਾਤਾ ਮਹਾਰਾਣੀ ਜਿੰਦ ਕੌਰ ਨੇ ਉਹਦੀ ਪ੍ਰਤੀਨਿਧੀ ਕੀਤੀ ਸੀ। ਦਲੀਪ ਸਿੰਘ ਪੰਜਾਬ ਦਾ ਅਖੀਰਲਾ ਰਾਜਾ ਹੈ। 1843 ਤੋਂ 1846 ਮਤਲਬ 3 ਸਾਲ ਸਿੰਘਾਸਨ 'ਤੇ ਬੈਠਾ। ਉਹ 2 ਐਂਗਲੋ ਸਿੱਖ ਲੜਾਈਆਂ ਮਗਰੋਂ ਪੰਜਾਬ 'ਚ ਬਰਤਾਨਵੀ ਸਮਰਾਜ 'ਚ ਮਿਲਾਤਾ। ਫਿਰ ਉਹਨਾਂ ਨੇ ਦਲੀਪ ਸਿੰਘ ਨੂੰ ਤਾਜ ਅਤੇ ਰਾਜ ਤੋਂ ਦੋਨਾਂ ਚੀਜ਼ਾਂ ਤੋਂ ਉਹਨੂੰ ਵਿਚਾਰੇ ਨੂੰ ਵੰਚਿਤ ਰੱਖਿਆ। ਫਿਰ ਅੱਗੇ ਪਿੱਛੋਂ ਬਾਅਦ 'ਚ ਉਹਨੂੰ ਲੰਡਨ ਭੇਜ ਦਿੰਦੇ ਨੇ ਪੈਨਸ਼ਨ ਲਾ ਕੇ। ਅਤੇ ਉਸ ਤੋਂ ਬਾਅਦ ਕੀ ਹੁੰਦਾ ਹੈ, 1839 ਦੀ ਮੌਤ ਤੋਂ ਬਾਅਦ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬਖਲਾਹਟ ਦਾ ਮਾਹੌਲ ਹੁੰਦਾ। ਅਤੇ 1845 ਤੋਂ 1846 ਵਿੱਚ ਮਹਾਰਾਜਾ ਰਣਜੀਤ ਸਿੰਘ ਹਜੇ ਨਾਬਾਲਗੀ ਸੀ, ਅਤੇ ਪੰਜਾਬ ਦੇ ਵਿੱਚ ਮਹਾਰਾਜਾ ਦੀ ਅਗਵਾਈ ਮਹਾਰਾਣੀ ਜਿੰਦਾਂ ਕਰ ਰਹੀ ਸੀ, ਅਤੇ ਲਾਰਡ ਹਾਰਡਿੰਗ ਭਾਰਤ ਦੇ ਉਸ ਟਾਈਮ ਗਵਰਨਰ ਜਨਰਲ ਸੀ। ਭਾਰਤ ਦੇ ਵਿੱਚ ਅੰਗਰੇਜ਼ੀ ਰਾਜ ਸ਼ਾਸਨ ਹੈਗਾ ਸੀ, ਪਰ ਮਹਾਰਾਜਾ ਰਣਜੀਤ ਸਿੰਘ ਤੋਂ ਡਰਦੇ ਉਹ ਸੰਧੀ ਹੋਈ ਕਾਰਨ ਇੱਧਰ ਨਹੀਂ ਸੀ ਆਉਂਦੇ। ਪਰ ਜਦੋਂ ਇਹ ਲਾਸਟ ਰੂਲਰ ਦਲੀਪ ਸਿੰਘ ਤੋਂ ਬਾਅਦ ਕੀ ਹੁੰਦਾ, ਇਹ ਪਹਿਲਾਂ ਉਹ ਲੜਾਈ ਕਰਦੇ ਨੇ ਫਸਟ ਐਂਗਲੋ ਸਿੱਖ ਵਾਰ। ਆਹ ਫੋਟੋ ਦੇ ਵਿੱਚ ਦਿਖਾਇਆ ਤੁਹਾਨੂੰ ਅੱਗੇ, ਆਹ ਦੇਖੋ ਮੈਪ ਫਸਟ ਐਂਗਲੋ ਸਿੱਖ ਵਾਰ 1845 ਤੋਂ 1846। ਆਹ ਉੱਪਰ ਸਾਲ ਲਿਖਿਆ ਹੈ। ਸਾਲ ਕਾਫੀ ਫੇਮਸ ਨੇ, ਇਸ ਚੀਜ਼ ਨੂੰ ਤੁਸੀਂ ਬਿਲਕੁਲ ਨਜ਼ਰਅੰਦਾਜ਼ ਨਹੀਂ ਕਰਨਾ, ਯਾਦ ਰੱਖਣੇ ਨੇ। ਪੇਪਰ ਦੇ ਵਿੱਚ ਆਉਂਦੇ ਨੇ ਵੀ ਫਸਟ ਐਂਗਲੋ ਸਿੱਖ ਵਾਰ ਕਦੋਂ ਹੋਈ, ਸੈਕਿੰਡ ਐਂਗਲੋ ਸਿੱਖ ਵਾਰ ਕਦੋਂ ਹੋਈ, ਮੁਦਕੀ ਦੀ ਲੜਾਈ ਕਦੋਂ ਹੋਈ, ਅਲੀਵਾਲ ਦੀ ਲੜਾਈ, ਸੰਭਰਾਉਂ ਦੀ ਲੜਾਈ, ਜਿਹੜੀਆਂ ਵੀ ਲੜਾਈਆਂ ਇਹ ਲੜੇ। ਅਤੇ ਜਿਹੜੀ ਸਭ ਤੋਂ ਪਹਿਲਾਂ ਮੁਦਕੀ ਦੀ ਲੜਾਈ ਹੁੰਦੀ ਹੈ 18 ਦਸੰਬਰ 1845 ਨੂੰ ਹੁੰਦੀ ਆ। ਇਹ 1846 ਤੱਕ ਹੀ ਹੋਈਆਂ। ਪਹਿਲੀ ਲੜਾਈ ਹੁੰਦੀ ਆ 1845 ਦੇ ਵਿੱਚ, 18 ਦਸੰਬਰ 1845 ਦੇ ਵਿੱਚ ਹੁੰਦੀ ਆ ਮੁਦਕੀ ਦੀ ਲੜਾਈ। ਇੱਥੇ ਮੈਪ ਦੇ ਵਿੱਚ ਦੇਖੋ ਮੁਦਕੀ ਬਿਲਕੁਲ ਨੀਚੇ ਆ ਰਹੀ ਮੁਦਕੀ।
ਆਹ ਸੀ ਮੁਦਕੀ ਦੀ ਲੜਾਈ ਹੁੰਦੀ ਆ। ਇਹ ਕਿਹਦੇ ਵਿੱਚ ਹੁੰਦੀ ਆ ਮੁਦਕੀ ਦੀ ਲੜਾਈ? ਇਹ ਹੁੰਦੀ ਆ ਸਿੱਖ ਫੌਜ ਦੇ ਸਤਲੁਜ ਦਰਿਆ ਪਾਰ ਕੀਤਾ। ਇਹਨਾਂ ਦੀ ਇੱਕ ਟਰੀਟੀ ਹੋਈ ਵੀ ਸੀ ਵੀ ਸਤਲੁਜ ਦਰਿਆ ਨਹੀਂ ਪਾਰ ਕਰਨਾ। ਇਹ ਫੌਜਾਂ ਉਹਨਾਂ ਨੇ ਅੰਗਰੇਜ਼ਾਂ ਨੇ ਲਿਜਾ ਕੇ ਉੱਥੇ ਲਾਤੀਆਂ ਸਤਲੁਜ ਦਰਿਆ 'ਤੇ, ਅਤੇ ਆਪਣੇ ਵਾਲੇ ਬੰਦੇ ਦੂਸਰੀ ਸਾਈਡ ਖੜ੍ਹੇ ਸੀ, ਇਹ ਇੱਕ ਸਾਈਡ ਖੜ੍ਹੇ ਸੀ। ਅਤੇ ਇਹ ਕਹਿੰਦੇ ਵੀ ਜਿਹੜਾ ਪਹਿਲਾਂ ਪਾਰ ਕਰੂਗਾ ਸਤਲੁਜ ਦਰਿਆ ਨੂੰ, ਅਤੇ ਅਸੀਂ ਫਿਰ ਅੰਗਰੇਜ਼ ਕਹਿੰਦੇ ਜੇ ਤੁਸੀਂ ਪਾਰ ਕਰੋਗੇ ਤਾਂ ਅਸੀਂ ਲੜਾਂਗੇ, ਜੇ ਅਸੀਂ ਪਾਰ ਕਰਾਂਗੇ ਤਾਂ ਤੁਸੀਂ ਲੜ ਸਕਦੇ ਹੋ। ਪਰ ਆਪਣੇ ਜਿਹੜੇ ਬੰਦੇ ਸੀ ਇਹਨਾਂ 'ਚ ਇੰਨੀ ਪੇਸ਼ੈਂਸ ਹੈ ਨਹੀਂ ਸੀ, ਪਹਿਲੀ ਉੱਧਰ ਨੂੰ ਹੋ ਗਏ, ਦਰਿਆ ਟੱਪ ਗਏ। ਫਿਰ ਉਹਨਾਂ ਨੇ ਲੜਾਈ ਕੀਤੀ ਅੰਗਰੇਜ਼ਾਂ ਨੇ ਇਹਨਾਂ ਨਾਲ 18 ਦਸੰਬਰ 1845 ਨੂੰ। ਉਸ ਟਾਈਮ ਸੀ ਸਰ ਹੁੱਗ ਗੋ, ਉਹਦੀ ਅਗਵਾਈ 'ਚ ਬਰਤਾਨਵੀ ਫੌਜ ਨੇ ਸਾਹਮਣਾ ਕੀਤਾ ਸੀ। ਅਤੇ ਇਹ ਲੜਾਈ ਆਪਾਂ ਹਾਰੇ ਕਿਉਂ? ਹਾਰ ਦਾ ਕਾਰਨ ਕੀ ਰਿਹਾ? ਆਪਣੇ ਨਾਲ ਧੋਖਾ ਕੀਤਾ ਆਪਣੇ ਹੀ ਬੰਦੇ ਨੇ, ਲਾਲ ਸਿੰਘ ਦੇ ਧੋਖੇ ਕਰਕੇ ਅਸੀਂ ਹਾਰ ਗਏ। ਇਹ ਯੁੱਧ ਵਿੱਚ ਸਿੱਖਾਂ ਦੀ ਹਾਰ ਹੋਈ, ਪਰ ਦੁਸ਼ਮਣਾਂ ਨੂੰ ਅਸੀਂ ਨੁਕਸਾਨ ਜ਼ਰੂਰ ਪਹੁੰਚਾਇਆ, ਚਾਹੇ ਅਸੀਂ ਆਪ ਹਾਰ ਹੀ ਗਏ। ਉਸ ਤੋਂ ਬਾਅਦ ਹੁੰਦੀ ਹੈ ਲੜਾਈ ਫਿਰੋਜ਼ ਸ਼ਹਿਰ ਦੀ। ਫਿਰੋਜ਼ ਸ਼ਹਿਰ, ਇੱਥੇ ਫਿਰੋਜ਼ ਸ਼ਹਿਰ ਆ ਸੀ, ਫਿਰੋਜ਼ ਸ਼ਹਿਰ ਦੂਸਰਾ, ਅਤੇ ਇੱਕ ਹੁੰਦੀ ਹੈ ਸਭਰਾਉਂ ਦੀ, ਅਤੇ ਉਸ ਤੋਂ ਬਾਅਦ ਹੁੰਦੀ ਆ ਅਲੀਵਾਲ, ਅਤੇ ਇੱਕ ਹੁੰਦੀ ਆ ਬੱਦੋਵਾਲ ਦੀ। ਆਹ ਹੁੰਦੀਆਂ ਨੇ 5 ਲੜਾਈਆਂ ਹੁੰਦੀਆਂ ਨੇ, 1 2 3 4 5 ਆ। 5 ਦੇ ਟਿਕ ਲਾਏ ਹੋਏ ਨੇ, ਤੁਸੀਂ ਬਿਲਕੁਲ ਯਾਦ ਰੱਖਣਾ। ਪਹਿਲੀ ਮੁਦਕੀ ਦੀ 18 ਦਸੰਬਰ 1845, ਦੂਜੀ ਫਿਰੋਜ਼ ਸ਼ਹਿਰ ਦੀ ਲੜਾਈ 21 ਦਸੰਬਰ 1845, ਅਤੇ ਉਸ ਤੋਂ ਬਾਅਦ 2 ਲੜਾਈਆਂ 45 'ਚ ਹੋਈਆਂ, ਇੱਕ 18 ਦਸੰਬਰ ਅਤੇ 21 ਦਸੰਬਰ। ਅਤੇ ਉਸ ਤੋਂ ਤੀਜੀ ਜਿਹੜੀ ਬੱਦੋਵਾਲ ਦੀ ਲੜਾਈ ਆ, ਬੱਦੋਵਾਲ ਦੀ ਲੜਾਈ ਇਹ ਹੁੰਦੀ ਹੈਗੀ 1846 ਵਿੱਚ 21 ਜਨਵਰੀ ਨੂੰ। ਫਿਰ ਅਲੀਵਾਲ ਦੀ ਲੜਾਈ ਹੁੰਦੀ ਹੈ 28 ਜਨਵਰੀ ਨੂੰ, ਪਹਿਲੀ 21 ਜਨਵਰੀ ਫਿਰ 28 ਜਨਵਰੀ 1846 ਨੂੰ। ਫਿਰ ਸਮਰਾਓ ਦੀ ਲੜਾਈ ਹੁੰਦੀ ਹੈ 1846 ਨੂੰ। ਅਤੇ ਉਸ ਤੋਂ ਬਾਅਦ ਇਹ ਸੀਗੇ ਪਹਿਲੀ ਫਸਟ ਐਂਗਲੋ ਸਿੱਖ ਵਾਰ। ਫਿਰ ਆਉਂਦਾ ਇਹਦੇ 'ਚ ਕੌਣ ਕੌਣ ਲੜਿਆ? ਇਸ ਦੇ ਵਿੱਚ ਜਿਹੜੇ ਗਵਰਨਰ ਸੀ ਪਹਿਲੀ ਲੜਾਈ ਦੇ ਵਿੱਚ ਉਹ ਸਰ ਹੁੱਗੋ ਸੀ। ਦੂਸਰੀ ਦੇ ਵਿੱਚ ਫਿਰੋਜ਼ ਦੀ ਲੜਾਈ ਵਿੱਚ ਸਰ ਹੁੱਗੋ ਇਹ ਵੀ ਸੀ। ਬੱਦੋਵਾਲ ਦੀ ਲੜਾਈ 'ਚ ਆਉਂਦਾ ਹੈਨਰੀ ਸਮਿਥ, ਅਤੇ ਅਗਲੀ ਜਿਹੜੀ ਅਲੀਵਾਲ ਦੀ ਲੜਾਈ ਹੁੰਦੀ ਹੈ ਉਹ 'ਚ ਹੈਨਰੀ ਸਮਿਥ ਆਉਂਦਾ। ਫਿਰ ਲਾਸਟ ਵਾਲੀ ਸਰ ਅਤੇ ਲਾਰਡ ਹੈਨਰੀ ਹੈਡਿੰਗ ਆਉਂਦੇ ਆ। ਉਸ ਤੋਂ ਬਾਅਦ ਹੁੰਦਾ ਇਹਨਾਂ ਦਾ ਲਾਹੌਰ ਦੀ ਸੰਧੀ 9 ਮਾਰਚ 1846 ਨੂੰ ਹੋਈ ਸੀ, ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਲਾਹੌਰ ਦੇ ਰਾਜਾ ਵਜੋਂ ਮਾਨਤਾ ਮਿਲੀ ਸੀ, 1.5 ਲੱਖ ਦਾ ਮੁਆਵਜ਼ਾ। ਅਤੇ ਉਸ ਤੋਂ ਬਾਅਦ ਹੁੰਦੀ ਹੈ ਫਿਰ ਸੈਕਿੰਡ ਐਂਗਲੋ ਸਿੱਖ ਵਾਰ। ਆਹ ਦੇਖੋ ਤਸਵੀਰ ਦੇ ਵਿੱਚ ਆਹ ਹੁੰਦੀ ਹੈ ਫਿਰ ਸੈਕਿੰਡ ਐਂਗਲੋ ਸਿੱਖ ਵਾਰ। ਦੂਸਰਾ ਐਂਗਲੋ ਸਿੱਖ ਯੁੱਧ 1848 ਤੋਂ 49 ਵਿੱਚ ਹੋਇਆ। ਇਹ ਲਾਰਡ ਡਲਹੌਜ਼ੀ ਉਦੋਂ ਭਾਰਤ ਦਾ ਗਵਰਨਰ ਜਨਰਲ ਸੀ। ਉਸ ਟਾਈਮ ਮਹਾਰਾਜਾ ਦਲੀਪ ਸਿੰਘ ਲਾਹੌਰ ਦਾ ਨਾਬਾਲਗ ਸ਼ਾਸਕ ਸੀ, ਉਹ ਬਹੁਤ ਛੋਟੀ ਉਮਰ ਦਾ ਸੀ। ਅੰਗਰੇਜ਼ਾਂ ਅਤੇ ਸਿੱਖਾਂ ਦੇ ਦਰਮਿਆਨ ਲੜਾਈ ਹੋਈ। ਪਹਿਲੀ ਹੋਈ ਰਾਮਨਗਰ ਦੀ, ਫਿਰ ਚਿਲਿਆਂਵਾਲੀ ਦੀ, ਫਿਰ ਮੁਲਤਾਨ ਦੀ, ਅਤੇ ਫਿਰ ਲਾਸਟ ਹੁੰਦੀ ਆ ਗੁਜਰਾਤ ਦੀ। ਅੱਗੇ ਮੈਪ ਦੇ ਵਿੱਚ ਆਹ ਦੇਖੋ, ਮੈਪ ਦੇ ਵਿੱਚ ਦਿਖਾਇਆ ਹੋਇਆ। ਪਹਿਲੀ ਲੜਾਈ ਹੁੰਦੀ ਆ ਰਾਮਨਗਰ ਦੀ। ਆ ਰਿਹਾ ਰਾਮਨਗਰ ਉੱਪਰ ਦੇਖੋ ਰਾਮਨਗਰ, ਇੱਕ ਰਾਮਨਗਰ ਹੈ, ਇੱਕ ਰਾਮਨਗਰ, ਗੁਜਰਾਤ, ਚਿਲਿਆਂਵਾਲਾ, ਮੁਲਤਾਨ, ਗੁਜਰਾਤ, ਇਹਨਾਂ ਦੀ ਲੜਾਈ ਹੁੰਦੀ ਹੈ 1848 ਤੋਂ 49, ਇੱਕ ਸਾਲ ਹੀ ਹੋਈ ਹੈ। ਪਹਿਲੀ ਹੋਈ 22 ਨਵੰਬਰ ਨੂੰ ਰਾਮਨਗਰ ਦੀ ਲੜਾਈ। ਅੱਗੇ ਲਿਖੇ ਨੇ ਸਾਲ, ਅਗਲੇ ਪੇਜ ਦੇ ਉੱਪਰ ਸਾਲ ਲਿਖੇ ਹੋਏ ਨੇ। ਆਹ ਦੇਖੋ, ਇਹ ਤਾਂ ਤੁਸੀਂ ਚੰਗੀ ਤਰ੍ਹਾਂ ਡਿਟੇਲ ਯਾਦ ਰੱਖ ਸਕਦੇ ਹੋ। ਸਕਰੀਨਸ਼ਾਟ ਵੀ ਲੈ ਸਕਦੇ ਹੋ ਅਗਰ ਤੁਸੀਂ ਸਕਰੀਨਸ਼ਾਟ ਲੈਣਾ ਹੈ ਤਾਂ ਸਕਰੀਨਸ਼ਾਟ ਲੈ ਲਓ। ਰਾਮਨਗਰ ਦੀ ਹੋਈ 22 ਨਵੰਬਰ 1848 ਨੂੰ। ਚਿਲਿਆਂਵਾਲੀ ਦੀ ਹੋਈ ਰਾਮਨਗਰ ਦੀ ਚਿਲਿਆਂਵਾਲੀ 13 ਜਨਵਰੀ 1849, ਤੀਸਰਾ ਮੁਲਤਾਨ 22 ਜਨਵਰੀ 1949, ਅਤੇ ਚੌਥੀ ਗੁਜਰਾਤ ਵਾਲੀ ਹੈ 21 ਫਰਵਰੀ। ਗੁਜਰਾਤ ਵਾਲੀ 'ਚ ਲਿਖਿਆ 21 ਫਰਵਰੀ ਲਿਖੋ, 21 ਫਰਵਰੀ 1849 ਨੂੰ ਹੁੰਦੀ ਹੈ ਲੜਾਈ। 1849 ਨੂੰ ਹੁੰਦੀ ਹੈ ਇਹ ਲੜਾਈ ਲਾਸਟ। ਫਿਰ ਕੀ ਹੁੰਦਾ 5 ਅਪ੍ਰੈਲ 1949 ਨੂੰ ਪੰਜਾਬ ਨੂੰ ਇੱਕ ਸੁਤੰਤਰ ਰਾਜ ਨਹੀਂ ਰਹਿੰਦਾ। ਉਹਦਾ ਜਿਹੜਾ ਪ੍ਰਸ਼ਾਸਕੀ ਢਾਂਚਾ ਗਾ ਤੇ ਲਾਗੂ ਕਰਕੇ ਲਾਹੌਰ ਦਰਬਾਰ ਤੋਂ ਹਾਸਲ ਕਰਕੇ ਸਤਲੁਜ ਦੇ ਉੱਤਰ ਦੱਖਣ ਵੱਲ ਇਲਾਕਿਆਂ 'ਤੇ ਫਿਰ ਕੀ ਕਰਦੇ ਅੰਗਰੇਜ਼ ਆਪਣੇ ਅੰਦਰ ਪੰਜਾਬ 'ਤੇ ਕਬਜ਼ਾ ਕਰ ਲੈਂਦੇ ਆ 1849 'ਚ। ਗਵਰਨਰ ਜਨਰਲ ਦਾ ਐਲਾਨ ਕਰਕੇ ਇਹਨੂੰ ਆਪਦੇ ਵਿੱਚ ਮਨਾ ਲੈਂਦੇ ਨੇ ਪੰਜਾਬ ਨੂੰ। ਅਤੇ ਇਹ ਸੀਗਾ ਇੱਥੇ ਤੱਕ ਤੁਹਾਡਾ। ਅਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਕੁਐਸਚਨ ਦੱਸੋ ਵੀ ਤੁਸੀਂ ਲਾਹੌਰ ਦੀ ਲੜਾਈ ਅਤੇ ਇਸ ਤੋਂ ਪਹਿਲਾਂ ਜਿਹੜੀ ਹੋਈ ਆ ਰਾਮਨਗਰ ਦੀ ਲੜਾਈ, ਅਤੇ ਇਸ ਤੋਂ ਪਹਿਲਾਂ ਜਿਹੜੀਆਂ ਹੋਈ ਆ ਮਹਾਰਾਜਾ ਰਣਜੀਤ ਸਿੰਘ ਦਾ ਜਨਮ, ਬਰਥ ਟਾਈਮ ਰਣਜੀਤ ਸਿੰਘ ਦਾ, ਕਮੈਂਟ ਸੈਕਸ਼ਨ ਵਿੱਚ ਰਣਜੀਤ ਸਿੰਘ ਦਾ ਬਰਥ ਟਾਈਮ, ਅਤੇ ਉਸ ਤੋਂ ਬਾਅਦ ਲਿਖਣਾ ਬੰਦਾ ਸਿੰਘ ਬਹਾਦਰ ਦਾ, ਅਤੇ ਉਸ ਤੋਂ ਬਾਅਦ ਫਸਟ ਐਂਗਲੋ ਕਦੋਂ ਹੋਈ, ਸੈਕਿੰਡ ਐਂਗਲੋ ਸਿੱਖ ਵਾਰ ਕਦੋਂ ਹੋਈ,
ਠੀਕ ਹੈ। ਤੇ ਇਹ ਕੁਐਸਚਨ ਤੁਸੀਂ ਜ਼ਰੂਰ ਆਨਸਰ ਦੇਣੇ ਆ। ਤੇ ਉਸ ਤੋਂ ਬਾਅਦ ਅੱਗੇ ਅਸੀਂ ਦੇਖਦੇ ਹਾਂ ਅਗਲਾ ਸਾਡਾ ਨੈਕਸਟ ਲੈਕਚਰ ਕਿਸ ਚੀਜ਼ ਦਾ ਹੋਏਗਾ। ਹੁਣ ਤੱਕ ਅਸੀਂ ਪੜ੍ਹ ਚੁੱਕੇ ਹਾਂ 12 ਮਿਸਲਾਂ, 5 ਤਖਤਾਂ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ। 5 ਤਖਤ ਕਿਹੜੇ ਕਿਹੜੇ ਸਨ, ਪੰਜਾਬ ਦੇ ਵਿੱਚ ਕਿਹੜੇ ਤਖਤ ਸਨ, ਉਹ ਤੁਹਾਨੂੰ ਦੱਸ ਚੁੱਕੇ ਹਾਂ। ਮਿਸਲਾਂ ਦੇ ਬਾਰੇ, ਮਹਾਰਾਜਾ ਰਣਜੀਤ ਸਿੰਘ ਅਤੇ ਬੰਦਾ ਸਿੰਘ ਬਹਾਦਰ ਬਾਰੇ ਪੜ੍ਹ ਚੁੱਕੇ ਹਾਂ। ਹੁਣ ਅਸੀਂ ਨੈਕਸਟ ਲੈਕਚਰ ਦੇ ਵਿੱਚ ਮੂਵਮੈਂਟਸ ਹਨ ਪੰਜਾਬ ਦੇ ਵਿੱਚ ਕਿਹੜੀਆਂ ਕਿਹੜੀਆਂ ਧਰਮ ਸੁਧਾਰ ਮੂਵਮੈਂਟਾਂ ਚੱਲੀਆਂ ਉਸ ਸਮੇਂ, ਤਾਂ ਉਸ ਦਾ ਟਾਈਮ ਕੀ ਸੀ, ਨਿਰੰਕਾਰੀ ਮੂਵਮੈਂਟ ਕਦੋਂ ਚੱਲੀ, ਕੂਕਾ ਮੂਵਮੈਂਟ ਕਦੋਂ ਚੱਲੀ, ਰਾਧਾ ਸੁਆਮੀ ਮੂਵਮੈਂਟ ਕਦੋਂ ਚੱਲੀ, ਅਤੇ ਇਹਨਾਂ ਦਾ ਕੌਣ ਸੀ ਸਕਸੈਸਰ, ਕੌਣ ਸੀ, ਅਤੇ ਕਿਹਨਾਂ ਨੇ ਸਥਾਪਨਾ ਕੀਤੀ, ਕਾਮਾਗਾਟਾ ਮਾਰੂ ਘਟਨਾ ਕੀ ਸੀ, ਕਿਹਦੇ ਨਾਲ ਸੰਬੰਧਿਤ ਸੀ, ਅਤੇ ਜਲਿਆਂਵਾਲਾ ਬਾਗ ਮੈਸੋਰ ਕਦੋਂ ਹੋਇਆ। ਇਸ ਚੀਜ਼ ਦੀ ਸਾਰੀ ਜਾਣਕਾਰੀ ਅਸੀਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਨਿਰੰਕਾਰੀ ਮੂਵਮੈਂਟ 1852 ਦੇ ਵਿੱਚ ਫਾਊਂਡ ਹੋਈ ਸੀ, ਆਰੀਆ ਸਮਾਜ 1875 ਦੇ ਵਿੱਚ ਆਇਆ। ਇਹ ਸਾਰੀਆਂ ਚੀਜ਼ਾਂ ਸੀ। ਰਾਧਾ ਸੁਆਮੀ ਦੇ ਜਿਹੜੇ ਫਾਊਂਡਰ ਸੀ ਉਹ ਸ਼ਿਵਦੇਵਾਲ ਸੀ। ਅਤੇ ਆਫਟਰ ਡੈਥ ਆਫ ਸਪਿਲਟ ਇਨਟੂ ਵਾਟਸ ਅੱਗੇ 2 ਭਾਗਾਂ 'ਚ ਫਿਰ ਆਗਰਾ ਮੇਨ ਸੈਂਟਰ ਬਣਦਾ ਹੁੰਦਾ, ਨਿਊ ਬ੍ਰਾਂਚ ਰਿਵਰ ਬਿਆਸ ਜੈਮਲ ਸਿੰਘ ਉੱਥੇ ਬਣਦੀ ਆ। ਅਤੇ ਇਹ ਸਾਰੀਆਂ ਚੀਜ਼ਾਂ ਅਸੀਂ ਅਗਲੀ ਵੀਡੀਓ ਦੇ ਵਿੱਚ ਪੜ੍ਹਾਂਗੇ। ਸੋ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਫਰੈਂਡਸ। ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਚੈਨਲ। ਥੈਂਕ ਯੂ।